ਸਤਿਗੁਰਾਂ ਦੀ ਸਾਜੀ ਜਿਨ੍ਹਾਂ ਨੂੰ ਗੁਰੂ ਬਾਬੇ ਦੀ ਪਾਵਨ ਪਵਿੱਤਰ ਗੋਦੀ ਵਿੱਚ ਬੈਠਣ ਵਾਸਤੇ ਥਾਂ ਮਿਲਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚੱਲ ਰਹੀ ਸੁੰਦਰ ਕਥਾ। ਇੱਕ ਭੈਣ ਆਪਣੇ ਵੀਰ ਨੂੰ ਆਪਣੇ ਘਰ ਚੋਂ ਨਾ ਜਾਣ ਵਾਸਤੇ ਬੇਨਤੀ ਕਰਦੀ ਹੈ। ਬੜੇ ਪ੍ਰੇਮ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਬੇਬੇ ਨਾਨਕੀ ਜੀ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਅਰਦਾਸ ਕਰਦੇ ਨੇ ਕਿ ਹੇ ਪ੍ਰਭੂ ਜੀ, ਹੇ ਪੀਰ ਜੀ, ਹੇ ਮੇਰੇ ਵੀਰ ਜੀ, ਤੁਹਾਡੇ ਕਰਕੇ ਹੀ ਮੇਰਾ ਘਰ ਸੋਹਣਾ ਹੈ। ਕਿਉਂਕਿ ਸਾਧ ਸੰਗਤ ਜੀ, ਫੁੱਲ ਟਹਿਣੀ ਦੇ ਨਾਲ ਜੁੜਿਆ ਰਵੇ, ਕੰਡਿਆਂ ਦੇ ਨਾਲ ਰਵੇ ਤਾਂ ਹੀ ਮਹਿਕ ਦਿੰਦਾ ਹੈ। ਜੇ ਫੁੱਲ ਟਾਹਣੀ ਤੇ ਕੰਡਿਆਂ ਨੂੰ ਆਪਣੇ ਨਾਲ ਰਹਿਣਾ ਪਸੰਦ ਨਹੀਂ ਕਰਦਾ ਨਾ, ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕੁਦਰਤ ਦਾ ਅਨੁਕੂਲ ਹੈ ਕਿ ਉਹ ਫੁੱਲ ਅੰਤ ਨੂੰ ਸੁੱਕ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਜਿਹੜਾ ਫੁੱਲ ਕੰਡਿਆਂ ਦੇ ਨਾਲ ਰਹਿਣਾ ਪਸੰਦ ਨਹੀਂ ਕਰਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਦੁੱਖ ਸੁੱਖ ਕੰਡੇ ਨੇ। ਇਹ ਮਨੁੱਖਾਂ ਦੀ ਇੱਕ ਫੁੱਲ ਹੈ। ਜਿੰਨਾ ਚਿਰ ਇਹਨੂੰ ਤਾਜ਼ੀ ਧੁੱਪ, ਤਾਜ਼ੀ ਹਵਾ ਮਿਲਦੀ ਹੈ, ਇਹ ਖਿੜਿਆ ਰਹਿੰਦਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਦੀ ਬਾਣੀ ਦੀ ਮਹਿਕ, ਬਾਣੀ ਦਾ ਔਰਾ ਜਦੋਂ ਸਿੱਖ ਤੇ ਪੈਂਦਾ ਹੈ ਤੇ ਉਹਦਾ ਅੰਦਰ ਖਿੜਦਾ ਹੈ। ਅੱਜ ਦੀ ਤਾਰੀਖ ਦੇ ਵਿੱਚ ਆਉਣ ਵਾਲੇ ਜਿਹੜੇ ਬੱਚੇ ਆ, ਦੁਨਿਆਵੀ ਤੌਰ ਤੇ ਬਹੁਤ ਪੜ੍ਹ ਗਏ ਆ, ਪਰ ਉਹਨਾਂ ਦੇ ਕੋਲ ਗੁਰਬਾਣੀ ਨਹੀਂ ਹੈ। ਤਾਂ ਕਰਕੇ ਅੱਜ ਛੋਟੀ ਜੀ ਗੱਲ ਮਾਂ ਨੇ ਕਹੀ ਬੱਚੀ ਨੂੰ ਤੇ ਬੱਚੀ ਨੇ ਫਾਹਾ ਲੈ ਲਿਆ। ਛੋਟੀ ਜੀ ਝਿੜਕ ਪਿਤਾ ਨੇ ਮਾਰੀ ਤੇ ਬੱਚੇ ਨੇ ਆਤਮ ਹੱਤਿਆ ਕਰ ਲਈ। ਇਹ ਕਾਰਨ ਕਿਉਂ ਬਣਦਾ ਹੈ ਸਾਧ ਸੰਗਤ? ਕਿਉਂਕਿ ਸਾਡੇ ਕੋਲ ਅੰਦਰ ਟਿਕਾਊ ਨਹੀਂ ਹੈ। ਸਾਡੇ ਅੰਦਰ ਸਹਿਣਸ਼ੀਲਤਾ ਖਤਮ ਹੋ ਚੁੱਕੀ ਹੈ। ਔਰ ਉਹ ਸਾਰਾ ਟਿਕਾਊ ਜਿਹੜਾ ਉਹ ਕਿੱਥੋਂ ਆਉਣਾ ਹੈ? ਰਸਨਾ ਗੁਣ ਗੋਪਾਲ ਨਿਧ ਗਾਇਣ। ਇਹ ਗੁਰੂ ਜੀ ਦੇ ਗੁਣ ਰਸਨਾ ਗਾਵੇ ਤਾਂ ਟਿਕਾਊ ਪੈਦਾ ਹੋਣਾ ਹੈ, ਤਾਂ ਆਨੰਦ ਪ੍ਰਾਪਤ ਹੋਣਾ ਹੈ। ਸਵਾਉ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਸੁੰਦਰ ਕਥਾ ਨੂੰ ਸੁਣੀਏ ਜੀ। ਵਾਹਿਗੁਰੂ 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 ਸਦਕਾ, ਤੇਰਾ ਸਭ ਸਦਕਾ, ਤੇਰਾ ਸਭ ਸਦਕਾ, ਤੇਰਾ ਸਭ ਸਦਕਾ। ਤੇਰੀ ਸਭ ਰਚਨਾ, 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 ਤੇਰੀ ਸਭ ਰਚਨਾ।
ਵਾਹਿਗੁਰੂ 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 ਵਾਹਿਗੁਰੂ। ਬੇਬੇ ਨਾਨਕੀ ਹੱਥ ਜੋੜ ਕੇ ਕਹਿੰਦੀ, ਪ੍ਰਭੂ ਜੀ ਮੇਰੇ ਘਰ ਚੋਂ ਨਾ ਜਾਇਓ, ਤੇਰੇ ਕਦਮਾਂ ਦੇ ਨਾਲ ਤਾਂ ਮੇਰਾ ਘਰ ਭਰਿਆ, ਤੇਰੇ ਚਰਨਾਂ ਨਾਲ ਮੇਰੇ ਘਰ 'ਚ ਰੌਣਕ ਹੈ, ਤੇਰੇ ਬੋਲਾਂ ਕਰਕੇ ਮੇਰੇ ਘਰ ਦੇ ਵਿੱਚ ਮੁਹੱਬਤ ਦਾ ਬੀਜ ਹੈ। ਤੂੰ ਕਹਿੰਦਾ ਮੈਂ ਚਲਾ ਜਾਣਾ ਏ, ਜਦੋਂ ਚਲਾ ਜਾਵੇਂਗਾ ਤੇ ਕੌਣ ਮੈਨੂੰ ਆਵਾਜ਼ ਮਾਰ ਕੇ ਬੁਲਾਵੇ। ਕੱਲ ਆਪਾਂ ਸਰਵਣ ਕੀਤਾ ਸੀ ਨਾ ਕਿ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਬੜਾ ਰੋਇਆ ਸੀ, ਕਹਿੰਦਾ ਮਾਂ ਤਾਂ ਸਾਰਿਆਂ ਦੀ ਜਾਣਾ ਏ, ਕੋਈ ਸ਼ੱਕ ਨਹੀਂ, ਪਰ ਮੈਂ ਕਹਿੰਦਾ ਅੱਜ ਮੇਰੇ ਘਰ ਦੀ ਮਮਤਾ ਚਲੇ ਗਈ। ਜਿਹੜੀ ਮਾਂ ਅਦਾ ਨਾ ਲੈ ਕੇ ਆਵਾਜ਼ ਮਾਰਦੀ ਸੀ, ਅੱਜ ਤੋਂ ਬਾਅਦ ਕਿਸੇ ਨੇ ਆਵਾਜ਼ ਨਹੀਂ ਮਾਰਨੀ। ਇਸ ਕਰਕੇ ਬੇਬੇ ਨਾਨਕੀ ਜੀ ਕਹਿੰਦੇ, ਵੀਰ ਜੀ, ਪੀਰ ਜੀ, ਪ੍ਰਭੂ ਜੀ, ਅੱਲਾ ਜੀ, ਤੁਸੀਂ ਕਹਿੰਦੇ ਮੈਂ ਚਲਾ ਜਾਣਾ ਤੇਰੇ ਘਰੋਂ, ਪਰ ਮੇਰੇ ਘਰ ਦੀਆਂ ਤਾਂ ਰੌਣਕਾਂ ਹੀ ਲੈ ਜਾਣੀਆਂ, ਤੇ ਜਿਸ ਘਰ ਦੇ ਵਿੱਚ ਰੌਣਕ ਹੀ ਨਹੀਂ ਹੈ ਉੱਥੇ ਰਹਿਣ ਦਾ ਕੀ ਫਾਇਦਾ। ਹਾਂਜੀ, ਤਾਂ ਹੀ ਮਹਾਰਾਜ ਕਹਿੰਦੇ ਆਖਾਂ ਜੀਵਾਂ ਵੀ ਮਹਾਰਾਜ ਜੀ ਤੇਰੀ ਸੇਵਾ ਤੇ ਬਾਣੀ ਮੇਰੇ ਕੋਲ ਆ ਤੇ ਮੇਰੀ ਜ਼ਿੰਦਗੀ ਆ, ਤੇ ਜਿੰਨਾ ਰੂਹਾਂ ਕੋਲੋਂ ਸੇਵਾ ਬਾਣੀ ਚਲੇਗੀ ਮਹਾਰਾਜ ਕਹਿੰਦੇ ਉਹ ਤਾਂ ਮੜੀਆਂ ਦੇ ਮੁਰਦੇ ਆ, ਉਹ ਤਾਂ ਲਾਸ਼ਾਂ ਹੀ ਤੁਰੀਆਂ ਫਿਰਦੀਆਂ, ਮੇਕਅਪ ਕਰਕੇ ਸਰੀਰ ਦੇ ਉੱਤੇ ਰੋਮਾਂ ਦੀਆਂ ਬੇਅਦਬੀਆਂ, ਲਾਸ਼ਾਂ ਹੀ ਹੈ। ਮਹਾਰਾਜ ਕਹਿੰਦੇ ਮੈਂ ਨਹੀਂ ਉਹਨਾਂ ਨੂੰ ਜਿਉਂਦੇ ਮੰਨਦਾ। ਤੋ ਮਹਾਰਾਜ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜੇ ਪ੍ਰੀਤ। ਮਹਾਰਾਜ ਕਹਿੰਦੇ ਉਹ ਤੇ ਮਰੇ ਐ, ਉਹਨਾਂ ਨੂੰ ਜਿਉਂਦੇ ਨਾ ਸਮਝਿਓ, ਵੀ ਵੱਡੇ ਵੱਡੇ ਕੋਠੀਆਂ ਘਰ ਮਹਿਲ ਨਾ ਵੇਖੀ ਜਾਏ, ਉਹਨਾਂ ਦੇ ਵਿੱਚ ਮੁਰਦੇ ਆ। ਤੇਰੀ ਕੁੱਲੀ ਭਲੀ ਆ ਭਾਵੇਂ ਕੱਚੀ ਆ, ਕਮ ਸੇ ਕਮ ਬਾਣੀ ਕਹਿੰਦੀ ਭਲੀ ਸੁਹਾਵੀ ਛਾਪਰੀ ਜਾਮੈ ਗੁਣ, ਕਮ ਸੇ ਕਮ ਕੋਈ ਬਾਣੀ ਤਾਂ ਪੜ੍ਹਦਾ ਏ। ਇਸ ਕਰਕੇ ਬੇਬੇ ਜੀ ਕਹਿਣ ਲੱਗੇ, ਪਿਆਰੇ ਤੇਰੇ ਕਰਕੇ ਘਰ ਦੇ ਵਿੱਚ ਮਹਿਕ ਹੈ। ਅੱਜ ਸੰਗਤੇ ਦੁਖੀ ਆਪਾਂ, ਪਤਾ ਕਿਉਂ? ਅੱਜ ਆਪਣੇ ਘਰ 'ਚ ਸੋਨੇ ਦੇ ਬਣ ਗਏ, ਅੰਦਰ ਡਬਲ ਬੈੱਡ ਸੋਨੇ ਦੇ, ਗੱਡੀਆਂ ਕਿੰਨੀਆਂ ਸੋਹਣੀਆਂ ਟਾਈਲਾਂ ਲੱਗੀਆਂ, ਤੇ ਤਾਂ ਵੀ ਦੁਖੀ ਹੈ, ਘੁੱਟਦਾ ਸਾਹ, ਕਿਉਂਕਿ ਉਹਨਾਂ ਘਰਾਂ ਦੇ ਵਿੱਚ ਬੰਦਗੀ ਨਹੀਂ ਹੈ, ਸਿਮਰਨ ਨਹੀਂ ਹੈ। ਤੇ ਕਬੀਰ ਸਾਹਿਬ ਕਹਿੰਦੇ ਜੇ ਘਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾਹੀਂ, ਤੇ ਕਰ ਮਰਹਠ ਸਾਰ ਕੇ ਭੂਤ ਬਸੈ ਤਿਨ। ਕਬੀਰ ਸਾਹਿਬ ਕਹਿੰਦੇ ਉਹਨਾਂ ਘਰਾਂ 'ਚ ਭੂਤ ਨੇ ਰਹਿੰਦੇ ਹਨ। ਦੰਪਤ ਮੁਝ ਸੋ ਪਾਖੀ, ਦਰਕੈ ਅਤਿਕ ਸਨੇਹ। ਕਹਿੰਦੇ ਬੇਬੇ ਨਾਨਕੀ ਜੀ, ਭਾਈਆ ਜੈ ਰਾਮ ਜੀ, ਦੋਨੋਂ ਹੀ ਬੜੇ ਪ੍ਰੇਮ ਦੇ ਨਾਲ ਮੇਰੇ ਨਾਨਕ ਜੀ ਨੂੰ ਬੇਨਤੀ ਕਰਦੇ ਹਨ। ਆਜ ਭਰਾਤ ਦੀਨੋ ਨਯੋ, ਧੰਨ ਧੰਨ ਬੁੱਧ ਕੇ ਹੋ। ਕੱਲ ਵੀ ਅਰਜ ਕੀਤੀ ਸੀ, ਗੁਰੂ ਨਾਨਕ ਨੂੰ ਸਮੁੰਦਰ ਨਹੀਂ ਰੋਕ ਸਕਦੇ, ਗੁਰੂ ਨਾਨਕ ਨੂੰ ਪਹਾੜ ਸਾਰੇ ਇੱਕ ਲਾਈਨ ਤੇ ਹੋ ਜਾਣ ਤੇ ਨਹੀਂ, ਗੁਰੂ ਨਾਨਕ ਨੂੰ ਪੱਥਰ ਨਹੀਂ ਰੋਕ ਸਕਦੇ, ਗੁਰੂ ਨਾਨਕ ਨੂੰ ਮੀਂਹ ਹਨੇਰੀਆਂ ਝੱਖੜ ਨਹੀਂ ਰੋਕ ਸਕਦੇ। ਗੁਰੂ ਨਾਨਕ ਚੀਰ ਕੇ ਲੰਘ ਜਾਂਦਾ ਏ, ਪਰ ਇੱਕ ਚੀਜ਼ ਕਹਿੰਦੇ ਮਰਦਾਨਿਆਂ ਮੈਨੂੰ ਤੁਰਨ ਨਹੀਂ ਦਿੰਦੀ। ਮਹਾਰਾਜ ਉਹ ਕੀ? ਕਹਿੰਦੇ ਸਿੱਖ ਦਾ ਸੱਚਾ ਪਿਆਰ। ਜਦੋਂ ਮੈਨੂੰ ਸਿੱਖ ਸੱਚਾ ਪਿਆਰ ਕਰਦਾ ਨਾ, ਉਦੋਂ ਮੇਰੀਆਂ ਚਰਨਾਂ ਨੂੰ ਕੱਚਾ ਤੰਦ ਪਿਆਰ ਦਾ ਹੀ ਧਾਗਾ ਹੀ ਲਾ ਦਿੰਦਾ, ਤੇ ਮੇਰੇ ਤੋਂ ਕਦਮ ਨਹੀਂ ਪੁੱਟ ਹੁੰਦਾ, ਅੱਗੇ ਨਹੀਂ ਤੁਰਿਆ ਜਾਂਦਾ। ਮਹਾਰਾਜ ਕਹਿੰਦੇ ਐ ਜਿਨ ਪ੍ਰੇਮ ਕੀਓ ਔਰ ਇਸੇ ਕਰਕੇ ਮਹਾਰਾਜ ਜੀ ਬੜੇ ਬੜੇ ਮਹਿਲਾਂ ਵਾਲਿਆਂ ਦੇ ਘਰੋਂ ਲੰਘ ਗਏ,
ਤੇ ਲਾਲੋ ਦੀ ਝੁੱਗੀ ਨੇ ਬਾਬੇ ਦੇ ਪੈਰਾਂ ਨੂੰ ਰੋਕਤਾ। ਮਾਰੇ ਸੱਚੇ ਪਾਤਸ਼ਾਹ ਕਹਿੰਦੇ ਵੇ ਲਾਲੋ ਬੂਆ ਖੋਲ, ਵੇ ਲਾਲੋ ਬੂਆ। 7 ਵਾਰੀ ਗੁਰੂ ਨਾਨਕ ਦੀ ਜ਼ੁਬਾਨ ਤੋਂ ਕਿਸੇ ਦਾ ਨਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਵੇ ਲਾਲੋ, ਵੇ ਲਾਲੋ, ਵੇ ਲਾਲੋ, ਵੇ ਲਾਲੋ, ਵੇ ਲਾਲੋ, ਵੇ ਲਾਲੋ, ਵੇ ਲਾਲੋ। ਵੇ ਸ਼ਬਦ ਮਾਂ ਕਹਿੰਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇ ਲਾਲੋ। ਜਦੋਂ ਸ਼ਬਦ ਉਚਾਰਿਆ ਸੀ ਨਾ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ, ਵੇ ਸ਼ਬਦ 7 ਵਾਰੀ। ਮਾਰੇ ਕਹਿੰਦੇ ਲਾਲੋ ਬੂਆ ਖੋਲ। ਕਹਿੰਦਾ ਜੀ ਕੌਣ? ਮਾਰੇ ਕਹਿੰਦੇ 2 ਮੁਸਾਫਰ। ਤੇ ਅੱਗੋਂ ਵੀ ਰੰਗਿਆ ਸੀ, ਕਹਿੰਦਾ ਮਹਾਰਾਜ ਸਾਰੀ ਦੁਨੀਆ ਹੀ ਮੁਸਾਫਰ ਹੈ, ਰਹਿਣਾ ਕਿੰਨੇ ਇੱਥੇ? ਕਿੰਨੇ ਚਲੇ ਗਏ, ਕਿੰਨੇ ਚੱਲੇ ਤੇ ਕਿੰਨਿਆਂ ਦੀ ਤਿਆਰੀ। ਇੱਕ ਸੱਜਣ ਚੱਲੇ, ਇੱਕ ਚੱਲ ਗਏ। ਆ ਜਿਹੜੇ ਬੈਠੇ ਆਪਣੇ ਵਰਗੇ, ਇਹਨਾਂ ਵੀ ਰਹਿੰਦੇ ਪੀ ਫੁਨ ਜਾਹੇ। ਸੋ ਇਸ ਕਰਕੇ ਮਾਰੇ ਕਹਿੰਦੇ 2 ਮੁਸਾਫਰ। ਲਾਲੋ ਮੰਜੀ ਲੱਕੜਾਂ ਘੜਨ ਦਿਆ ਸੀ। ਕਹਿੰਦਾ ਜੀ ਸਾਰੇ ਮੁਸਾਫਰ ਹੈ। ਹੁਣ ਇੰਨੀ ਕਥਾ ਹੀ ਬੰਦਾ ਆਪਣੇ ਅੰਦਰ ਟਿਕਾ ਲੇ ਨਾ, ਬਹੁਤੀ ਨਹੀਂ ਸੁਣਨ ਦੀ ਲੋੜ। ਇੰਨਾ ਹੀ ਸੁਣ ਲੈਣਾ ਕਿ ਆਪਾਂ ਸਾਰੇ ਜ਼ਿੰਦਗੀ ਦੀ ਲੜਾਈ ਖਤਮ। ਵੱਟ ਵੱਢਣੀ ਹਟ ਜੂ ਜੇ ਕਹੂੰ ਮੈਂ ਮੁਸਾਫਰ। ਕਿਸੇ ਨਾਲ ਈਰਖਾ ਖਤਮ ਹੋ ਜਾਣੀ ਜਦੋਂ ਪਤਾ ਹੀ ਨਹੀਂ ਆਪਾਂ ਨੂੰ ਵੀ ਆਪਾਂ ਮੁਸਾਫਰ ਹੈ। ਹੁਣ ਆਪਾਂ ਇੱਥੇ ਆ ਕੇ ਕਿਉਂ ਨਹੀਂ ਲੜਦੇ? ਆਪਾਂ ਨੂੰ ਪਤਾ ਵੀ ਆਪਾਂ ਸਿਰਫ ਕੁਝ ਸਮੇਂ ਲਈ ਠਹਿਰੇ, ਆਪਾਂ ਅੱਗੇ ਨਿਕਲਣਾ। ਤੇ ਬੰਦਾ ਜਿੱਥੇ ਥਾਂ ਮਿਲਦੀ ਉੱਥੇ ਬਹਿ ਜਾਂਦਾ, ਨਹੀਂ ਤੇ ਬਾਹਰ ਬਹਿ ਜਾਂਦਾ। ਇੰਨੀ ਚੀਜ਼ ਨੂੰ ਆਪਾਂ ਸਮਝਦੇ ਹਾਂ ਵੀ ਝੱਟ ਮੁਸਾਫਰ, ਆਪਾਂ ਦੂਰੋਂ ਆਏ ਹਾਂ, ਚੱਲ ਮੱਥਾ ਟੇਕ ਜੀਏ ਪੌੜੀ ਸਾਹਿਬ। ਮਹਾਰਾਜ ਕਹਿੰਦੇ ਇੱਦਾਂ ਹੀ ਕਿਤੇ ਆਪਣੇ ਘਰ ਪੈਲੀ ਬੰਨੇ ਨੂੰ ਸਮਝ ਲਾ ਤੇ ਤੈਨੂੰ ਸੁੱਖ ਦੀ ਨੀਂਦ ਆ ਜੀ। ਪਰ ਤੂੰ ਤੇ ਕਚਹਿਰੀ 'ਚ ਜਾ ਕੇ ਕਹਿੰਦਾ ਮੇਰੇ ਨਾਂ ਕਰ ਦੋ ਭਾਈ। ਕਿੱਦਾਂ ਮੇਰੇ ਨਾਂ? ਮੇਰੇ ਨਾਂ ਦੇ ਰਿਵਾਜ਼ ਛੱਡਿਆ ਆਪਾਂ ਨੂੰ। ਤੇ ਮਹਾਰਾਜ ਕਹਿੰਦੇ ਗੱਡੀ ਮੇਰੀ, ਕੋਠੀ ਮੇਰੀ, ਪਲਾਟ ਮੇਰਾ, ਘਰ ਮੇਰਾ, ਪੁੱਤ ਮੇਰੇ, ਘਰ ਵਾਲੀ ਮੇਰੀ। ਗੁਰਬਾਣੀ ਕਹਿੰਦੀ ਆ ਜਾ, ਤੇਰਾ ਤੇ ਸਰੀਰ ਵੀ ਨਹੀਂ ਆਪਣਾ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਹੱਥ ਜੋੜ ਕੇ ਬੇਬੇ ਜੀ ਕਹਿੰਦੇ ਜਾਂ ਤਾਂ ਮੇਰਾ ਗਲ ਘੁੱਟ ਦੇ, ਮੈਨੂੰ ਮਾਰ ਦੇ ਤੇ ਚਲਾ ਜਾਈ। ਆਪੇ ਨਾ ਮੈਂ ਹੋਊਂਗੀ ਨਾ ਤੈਨੂੰ ਰੋਕੂੰਗੀ। ਇਸ ਕਰਕੇ ਦੋਨਾਂ ਦਾ ਪਿਆਰ ਤੇ ਤੀਜਾ ਬਾਲਾ, ਤਿੰਨਾਂ ਦਾ ਪਿਆਰ ਜਿੱਤ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਨੂੰ ਅੱਜ ਨਵਾਂ ਭਰਾ ਦਿੱਤਾ ਵਾਹਿਗੁਰੂ। ਕਿਉਂਕਿ ਮੈਨੂੰ ਨਹੀਂ ਸੀ ਲੱਗਦਾ ਵੀ ਨਾਨਕ ਜੀ ਹੁਣ ਰੁਕਣਗੇ, ਪਰ ਮਹਾਰਾਜ ਨੇ ਪ੍ਰੇਮ ਦੇ ਅੱਗੇ ਤੁਰ ਨਹੀਂ ਸਕੇ। ਪ੍ਰੇਮ ਦੀ ਇੱਕ ਡੋਰ ਹੈ ਜਿਹੜੀ ਗੁਰੂ ਨਾਨਕ ਨੂੰ ਰੋਕ ਦਿੰਦੀ, ਬਾਕੀ ਕਿਸੇ ਤੋਂ ਨਹੀਂ ਰੁਕਦੀ। ਐਵੇਂ ਨਹੀਂ ਕਿਸੇ ਆਖਿਆ ਝੁਕਣਾ ਹੀ ਪੈਂਦਾ। ਇੱਥੇ ਰਾਜੇ ਤੇ ਰਾਣਿਆਂ ਨੂੰ ਮਿਲਦਾ ਏ ਮਾਣ, ਇੱਥੇ ਨਾਗਾਂ ਦੀ ਆਤਮਾ ਨੂੰ ਆਉਂਦਾ ਏ ਸਰੂਰ, ਇੱਥੇ ਕਾਲਖ ਦਿਲਾਂ ਦੀ ਧੋਂਦਾ। ਕਹਿੰਦੇ ਸਿੱਖਾ ਸੱਪ ਨੇ ਛਾਂ ਕੀਤੀ, ਉਹਦੇ ਅੰਦਰ ਠੰਡ ਪੈ ਗਈ। ਤੇ ਤੂੰ ਸਾਰੀ ਜ਼ਿੰਦਗੀ ਗੁਰਦੁਆਰੇ ਆਉਣਾ ਤੇ ਤੇਰੇ ਅੰਦਰ ਠੰਡ ਕਿਸ ਦਿਨ ਪਊਗੀ? ਵੀ ਤੂੰ ਗਰਮੀ ਰਹਿਣਾ, 24 ਘੰਟੇ ਲੜਦਾ ਰਹਿਣਾ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਨੇ। ਇੱਕ ਮੈਨੂੰ ਕਹਿੰਦਾ ਜੀ ਇਹ ਸੱਪ ਵਾਲੀ ਕਥਾ ਸੱਚੀ ਆ? ਮੈਂ ਕਿਹਾ ਤੈਨੂੰ ਕੀ ਲੱਗਦਾ? ਕਹਿੰਦੇ ਲੱਗਦਾ ਐਵੇਂ ਬਣਾਈ ਆ ਕਿਸੇ ਨੇ, ਜਾਣ ਕੇ ਬਣਾਤੀ ਹੈ। ਸੱਪ ਨੂੰ ਕੀ ਪਤਾ ਕੀ ਗੱਲ। ਮੈਂ ਕਿਹਾ ਜਪਜੀ ਸਾਹਿਬ ਪੜ੍ਹਦਾ? ਪੜ੍ਹਿਆ ਕਦੀ? ਕਹਿੰਦੇ ਜੀ ਪੜ੍ਹੀ ਦਾ। ਮੈਂ ਕਿਹਾ ਉਹਦੇ ਵਿੱਚ ਆਉਂਦਾ ਸਭਨਾ ਜੀਆਂ ਕਾ, ਤੇ ਸਾਰਿਆਂ ਜੀਆਂ 'ਚ ਸੱਪ ਨਹੀਂ ਜੀ? ਉਹ ਤੇ ਹੈਗਾ ਜੀ। ਨਹੀਂ ਇਹ ਕਹਿੰਦੇ ਜੀ ਐਵੇਂ ਸੱਪਾਂ ਦੀ ਪੂਜਾ। ਉਹ ਪਿਆਰਿਆ ਤੂੰ ਚੋਰੀ ਕਰ, ਛਿੱਤਰ ਖਾ, ਗਲਤ ਕੰਮ ਕਰ, ਤੇਰਾ ਲੋਕੀ ਮੂੰਹ ਕਾਲਾ ਪਿੰਡ 'ਚ ਕਰ ਦੇਣ। ਹਾਂਜੀ ਇੰਨੀ ਬਦਨਾਮੀ ਤੇਰੀ ਹੋ ਜੇ, ਹਜ਼ੂਰ ਸਾਹਿਬ ਚੱਲ ਜਾ। ਉੱਥੇ ਜਾ ਕੇ ਤੂੰ 25 ਦਿਨ ਭਾਂਡੇ ਮਾਂਜ ਨਵੀਂ ਸੰਗਤ ਵਿੱਚ। ਤੈਨੂੰ ਕਹਿਣਗੇ ਭਾਈ ਸਾਹਿਬ ਜੀ, ਭਾਈ ਸਾਹਿਬ ਜੀ ਤੁਸੀਂ ਕਿੱਥੋਂ ਆਏ? ਅੱਜ ਆਪਾਂ ਲੇਟ ਨਹੀਂ ਹੋ ਗਏ? ਕਿੰਨੀ ਕੁ ਦੂਰ ਹੈ? ਪਿੰਡ 'ਚੋਂ ਗਧੇ ਤੇ ਬਹਾਇਆ ਹੋਵੇ ਜੁੱਤੀਆਂ ਪਾ ਕੇ, ਮੂੰਹ ਕਾਲਾ ਕੀਤਾ ਹੋਵੇ, ਚੱਲ ਜਾ ਹਜ਼ੂਰ ਸਾਹਿਬ, ਇੱਥੋਂ ਤੇਰਾ ਮੁੱਕ ਗਿਆ ਸਭ ਕੁਝ। ਉੱਥੇ 15 ਦਿਨ ਭਾਂਡੇ ਮਾਂਜ, ਤੈਨੂੰ ਸੰਗਤ ਸਾਹਿਬ ਜੀ, ਸਿੰਘ ਸਾਹਿਬ ਕਹਿ ਕੇ ਆਵਾਜ਼ਾਂ ਮਾਰੂ। ਓਏ ਜੇ ਇੱਕ ਨਪੱਤਿਆਂ ਨੂੰ, ਨਿਗੁਣਿਆਂ ਨੂੰ, ਡਿੱਗਿਆਂ ਨੂੰ ਸਹਿਬੀ ਦੇ ਸਕਦਾ ਏ, ਇੱਕ ਸੱਪ ਦਾ ਪਿਆਰ ਵੇਖ ਕੇ ਉਹਨੂੰ ਨਹੀਂ ਕੁਝ ਦੇ ਸਕਦਾ। ਅਸੀਂ ਤਰਕ ਕਰੀ ਜਾਂਦੇ।
ਹਰ ਗੱਲ ਤੇ ਤਰਕ ਕਰੀ ਜਾਂਦੇ। ਤੋ ਇਸ ਕਰਕੇ ਕਹਿੰਦੇ ਜੀ ਇਹ ਸੱਪ ਵਾਲੀ ਕਹਾਣੀ ਕਿਤੇ ਉਦਾਂ ਤਾਂ ਨਹੀਂ ਬਣਾਦੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਪਿਆਰ ਸੀ, ਸਾਰਿਆਂ ਜੀਆਂ ਦਾ ਦਾਤਾ। ਉਹਨੂੰ ਤੇ ਪੰਛੀ ਵੀ ਸੁਣਦੇ ਸੀ, ਦਰਿਆ ਵੀ ਰੋਕ ਕੇ ਮਹਾਰਾਜ ਦਾ ਜਸ ਸੁਣਦੇ ਸੀ, ਦਰਖਤਾਂ ਦੇ ਵਿੱਚੋਂ ਰਸ ਚੋਂਦਾ ਸੀ ਜਦੋਂ ਮਹਾਰਾਜ ਕੀਰਤਨ ਕਰਦੇ ਸੀ। ਸ਼ੇਰ ਵੀ, ਬੱਕਰੀਆਂ, ਹਾਥੀ, ਘੋੜੇ, ਜਿੰਨੇ ਵੀ ਜੀਵ ਜੰਤੂ ਹੈ, ਮਹਾਰਾਜ ਦੀ ਪੁਰਾਤਨ ਜਨਮ ਸਾਖੀ ਦੇ ਜਦੋਂ ਗੁਰੂ ਨਾਨਕ ਮਰਦਾਨੇ ਦੀ ਰਬਾਬ ਛਿੜਦੀ ਸੀ ਨਾ, ਤੇ ਸਾਰੇ ਜੰਗਲ ਦੇ ਜੀਵ ਜੰਤੂ ਮਹਾਰਾਜ ਦੇ ਕੋਲ ਆ ਕੇ ਬਹਿ ਜਾਂਦੇ ਸੀ। ਇਹ ਆਪਾਂ ਹੀ ਨਹੀਂ ਬਹਿੰਦੇ ਬਾਣੀ ਦੇ ਕੋਲ। ਹਾਂਜੀ। ਔਰ ਐਸੇ ਸਵਾਲ ਕਰਦਾ ਵੀ ਉਹ ਬੰਦਾ ਹੈ ਜਿਹੜਾ 10 ਵਜੇ ਉੱਠਦਾ, ਨਿਤਨੇਮ ਨਹੀਂ ਕਰਦਾ ਤੇ ਗੁਰੂ ਕੋਲ ਨਹੀਂ ਬਹਿੰਦਾ। ਜਿਹੜਾ ਗੁਰੂ ਕੋਲ ਬਹਿਣਾ ਸਿੱਖ ਲਿਓ, ਉਹ ਨਹੀਂ ਕਦੇ ਗੁਰੂ ਤੇ ਤਰਕ ਕਰੂ। ਉਹ ਤਾਂ ਗੁਰੂ ਮਹਾਰਾਜ ਸਾਹਿਬ ਦਾ ਭਾਵਨਾ ਹੈ। ਹੁਣ ਇੱਦਾਂ ਤਾਂ ਕਈਆਂ ਦਾ ਜ਼ੋਰ ਲੱਗਾ ਕਿ ਬੇਰ ਸਾਹਿਬ ਜਿਹੜਾ ਗੁਰਦੁਆਰਾ ਉਹਦੀ ਬੇਰੀ ਪਟਾ ਦਿਓ। ਕਹਿੰਦੇ ਰੁੱਖ ਨੂੰ ਮੱਥਾ ਟੇਕਦੀ ਸੰਗਤ, ਇਹ ਤੇ ਦਰਖਤ ਹੈ, ਤੇ ਜੇ ਬੇਰੀ ਪੁੱਟਤੀ ਤੇ ਗੁਰਦੁਆਰੇ ਦਾ ਇਤਿਹਾਸ ਹੀ ਬੇਰੀ ਤੋਂ ਸ਼ੁਰੂ ਹੋਇਆ। ਬੇਰ ਪਲੱਸ ਸਾਹਿਬ, ਤੇ ਜੇ ਬੌਲੀ ਇੱਥੋਂ ਆਪਾਂ ਪੂਰ ਦਈਏ ਤੇ ਬੌਲੀ ਸਾਹਿਬ ਹੈ ਨਾ। ਇਸ ਕਰਕੇ ਆਖੀਏ ਵੀ ਅੱਜ ਤੇ ਵੱਡੇ ਬੋਰ 400 ਫੁੱਟ ਹਰ ਘਰ 'ਚ ਬੋਰ, ਪਾਣੀ ਮੋਟਰਾਂ ਕੱਢਣ ਦੀਆਂ, ਬੌਲੀ ਤੇ ਸੁੱਕੀ, ਇਹਨੂੰ ਬੰਦ ਕਰੋ। ਬਾਪੂ ਕਹੂ ਤੂੰ ਕਰਕੇ ਵੇਖ, ਤੇਰੀਆਂ ਨਾਸਾਂ ਮੈਂ ਬੰਦ ਕਰੂੰਗਾ। ਇਸ ਕਰਕੇ ਜਿਹੜਾ ਤਰਕਵਾਦੀ ਉਹਨੇ ਪਤਾ ਨਹੀਂ ਕੀ ਕਹਿ ਦੇਣਾ। ਇੱਕ ਕਹਿੰਦਾ ਸੀ ਕਿ ਮੇਲੇ 'ਚ, ਕਹਿੰਦਾ ਬੌਲੀ ਤੇ ਸੁੱਕ ਗਈ ਹੈ, ਪਾਣੀ ਤਾਂ ਥੱਲੇ ਹੈ ਨਹੀਂ, ਮੋਟਰ ਦਾ ਹੀ ਆ ਰਿਹਾ। ਤੇ ਤੁਸੀਂ ਏਦਾਂ ਕਰੋ ਵੀ ਇੰਨੀ ਭੀੜ 'ਚ ਇੱਥੇ ਜੋ ਐਨ ਸੰਗਤ ਕਿੰਨੀ ਗਰਮੀ 'ਚ ਫਸੀ ਪਈ, ਤੇ ਬਾਹਰ ਟੂਟੀ ਲਾ ਦਿਓ, ਮੋਟਰ ਤੇ ਉੱਥੇ ਵੀ ਚੱਲਦੀ ਹੈ। ਮੈਂ ਕਿਹਾ ਵੀ ਤੂੰ ਜਾਣਾ ਕਿ ਦੂਜੀ ਤਰ੍ਹਾਂ ਜਾਣਾ ਹੁਣ। ਐਸੀ ਤੇ ਬਾਤ ਬਣੀ ਪਈ ਹੈ। ਤੂੰ ਬਾਬੇ ਨਾਨਕ ਦੇ ਵੱਟਿਆਂ ਨੂੰ ਮੱਥਾ ਟੇਕਦਾ, ਗੁਰੂ ਨਾਨਕ ਦੇ ਹੱਥਾਂ 'ਚ ਰਹਿ, ਲੋਕੀ ਉਹ ਵੀ ਚੁੱਕਣ ਨੂੰ ਫਿਰਦੇ ਆ। ਇਹ ਮਹਾਰਾਜ ਦਾ ਪਿਆਰ ਨਹੀਂ ਜਰਦੇ। ਤੁਹਾਨੂੰ ਕੋਈ ਮੁੰਦਰੀ ਦੇ ਦੇ, ਸੂਟ ਦੇ ਦੇ, ਜਿੰਨਾ ਚਿਰ ਪਾਠ ਨਹੀਂ ਜਾਂਦਾ ਕਹੀਦਾ ਮੇਰੇ ਪਿਆਰੇ ਨੇ ਦਿੱਤਾ ਹੈ। ਆਪਣੀਆਂ ਚੀਜ਼ਾਂ ਤੇ ਜਿੰਦਰੇ 'ਚ ਰੱਖਦਾ ਤੇ ਗੁਰੂ ਸਾਹਿਬ ਦੀਆਂ ਨੂੰ ਕੱਢਣ ਨੂੰ ਫਿਰਦਾ ਹੈ। ਇਸ ਕਰਕੇ ਮੇਰੀ ਬੇਬੇ ਕਹਿੰਦੀ ਸ਼ੁਕਰ ਹੈ ਪ੍ਰਭੂ ਜੀ, ਆਪ ਜੀ ਦੀ ਬਖਸ਼ਿਸ਼ ਦੇ ਨਾਲ ਆਪ ਜੀ ਦਾ ਸੁਭਾਅ ਸਾਡੇ ਲਈ ਬਦਲ ਗਿਆ। ਇਸ ਕਰਕੇ ਅਸੀਂ ਹੁਣ ਦਿਨੇ ਰਾਤ ਤੇਰੀ ਸੇਵਾ ਵਿੱਚ ਗੁਜ਼ਾਰ ਦੇਵਾਂਗੇ। ਤੁਮਰੇ ਉਰਦਈ ਭਇਓ ਪਰਮ ਮਨ ਦੂਰ। ਤੇ ਭਾਈਆ ਜੈ ਰਾਮ ਜੀ ਵੀ ਕਹਿੰਦੇ ਸਤਿਗੁਰੂ ਹੁਣ ਮੇਰੀ ਸ਼ਰਧਾ 100% ਹੈ। ਅੱਗੇ ਮੇਰੇ ਭਰਮ ਪਾ ਦਿੱਤਾ ਸੀ ਚੁਗਲੀ ਨਿੰਦਿਆ ਵਾਲਿਆ। ਵੇਖਿਆ ਬਚਨ ਆ ਗਿਆ ਨਾ ਸੰਗਤ ਜੀ। ਜਦੋਂ ਕੋਈ ਗੁਰੂ ਤੇ ਤਰਕ ਕਰਦਾ ਨਾ, ਉਹਦਾ ਅਸਰ ਬੱਚਿਆਂ ਤੇ ਪੈਂਦਾ। ਜਿਹੜਾ ਬੰਦਾ ਨਿਤਨੇਮ ਨਹੀਂ ਕਰਦਾ, ਇਤਿਹਾਸ ਨਹੀਂ ਪੜ੍ਹਿਆ, ਸੇਵਾ ਨਹੀਂ ਕੀਤੀ, ਉਹਨੂੰ ਜਦੋਂ ਇਹੋ ਜਿਹੇ ਪ੍ਰਚਾਰ ਨੂੰ ਸੁਣਦਾ ਮੋਬਾਇਲ 'ਚ, ਤੇ ਉਹ ਕਹਿੰਦਾ ਗੱਲ ਤਾਂ ਸੱਚੀ ਹੈ ਵੀ ਜਿਹੜੀ ਦੁੱਖ ਭੰਜਣੀ ਬੇਰੀ, ਇਹਦਾ ਕੋਈ ਮਤਲਬ ਨਹੀਂ, ਉਹਨੇ ਮੰਨ ਜਾਣਾ। ਕਿਉਂਕਿ ਉਹਨੂੰ ਵਿਚਾਰੇ ਨੂੰ ਕੀ ਪਤਾ। ਹੁਣ ਇਹ ਕਥਾ ਜੇ ਸਿੱਖਿਆ ਦਿੰਦੀ ਕਿ ਭਾਈਆ ਜੈ ਰਾਮ ਗੁਰੂ ਨਾਨਕ ਨੂੰ ਲਿਆਉਣ ਵਾਲੇ, ਮੱਥਾ ਟੇਕਣ ਵਾਲੇ, ਦੌਲਤ ਖਾਂ ਲੋਧੀ ਨੂੰ ਮਿਲਾਉਣ ਵਾਲੇ ਤੇ ਮੋਦੀ ਖਾਨੇ ਤੇ ਇੰਨਾ ਨੇੜੇ ਹੈ ਭਾਈਆ ਜੈ ਰਾਮ। ਤੇ ਚੁਗਲਾਂ ਨੇ ਏਦਾਂ ਦੇ ਬਚਨ ਕੀਤੇ, ਜਿਹੜਾ ਗੁਰੂ ਨਾਨਕ ਨੂੰ ਰੱਬ ਪਿਆ ਮੰਨਦਾ ਸੀ, ਉਹਨੇ ਗੁਰੂ ਨਾਨਕ ਦੇ ਸੌਦੇ ਤੇ ਤਰਕ ਕਰਤਾ। ਅੱਜ ਮੰਨਿਆ ਏ, ਅੱਜ ਕਹਿ ਰਿਹਾ ਭਾਈਆ ਜੈ ਰਾਮ ਕਿ ਨਾਨਕ ਜੀ ਚੁਗਲਾਂ ਨੇ ਚੁਗਲੀ ਇੱਦਾਂ ਦੀ ਕੀਤੀ ਕਿ ਮੇਰਾ ਤੇਰੇ ਤੋਂ ਵਿਸ਼ਵਾਸ। ਸੰਗਤੇ ਚੁਗਲੀ ਹੈ ਇਹ ਬੜੀ ਮਾੜੀ ਚੀਜ਼ ਹੈ। ਕੋਈ ਜਾਨ ਤੋਂ ਵੱਧ ਕਿਸੇ ਨੂੰ ਚਾਹੁੰਦਾ ਹੋਵੇ ਨਾ, ਤੇ ਜਿਹਨੂੰ ਚਾਹੁੰਦਾ ਉਹਦੇ ਪ੍ਰਤੀ 5-7 ਗੱਲਾਂ ਦੱਬ ਕੇ ਗਲਤ ਕਹਿ ਦਿਓ, ਤੇ ਉਸ ਬੰਦੇ ਦੀ ਬੋਲਣੀ 'ਚ ਫਰਕ ਪੈ ਜਾਊ। ਜਿਹੜਾ ਬੰਦਾ ਗੱਡੀ 'ਚ ਉਤਰ ਕੇ ਇੱਦਾਂ ਕਰਦਾ ਨਾ, ਵਾਹਿਗੁਰੂ ਪਿਆਰਿਓ ਆਓ, ਉਹ ਬੰਦਾ ਨੀਵੀਂ ਪਾਊ। ਲਾਗੇ ਆ ਕੇ ਉਹਨੂੰ ਆਪ ਬੁਲਾਉਣਾ ਪੈਣਾ, ਫਿਰ ਪੁੱਛਣਾ ਅੱਜ ਕੀ ਗੱਲ ਹੈ, ਕਿਉਂਕਿ ਤਰੇੜ ਪੈ ਜਾਂਦੀ। ਜਦੋਂ ਆਪਾਂ ਕਿਸੇ ਪ੍ਰਤੀ ਜ਼ਹਿਰ ਉਗਲਦੇ ਨਾ, ਉਹ ਅਗਲੇ ਦੇ ਅੰਦਰ ਜਿਹੜਾ ਸਤਿਕਾਰ ਹੁੰਦਾ ਉਹ ਖਤਮ ਹੋ ਜਾਂਦਾ। ਤੇ ਇਹ ਗੱਲ ਇੱਥੇ ਵੀ ਬਣੀ। ਭਾਈਆ ਜੈ ਰਾਮ ਕਹਿੰਦੇ ਨਾਨਕ ਜੀ ਮੈਨੂੰ ਮਾਫ ਕਰ ਦਿਓ, ਮੈਂ ਤੈਨੂੰ ਰੱਬ ਮੰਨਿਆ ਸੀ, ਪਰ ਵਾਕਿਆ ਚੁਗਲਾਂ ਦਾ ਵੀ ਅਸਰ ਪੈਂਦਾ। ਜਿਹੋ ਜੀ ਸੰਗਤ ਬੰਦਾ ਕਰਦਾ ਉਹਦਾ ਅਸਰ ਪੈ ਜਾਂਦਾ। ਤੇ ਆ ਹੁਣ ਕਈਆਂ ਨੇ ਸਰੋਵਰਾਂ ਦੀ ਨਿੰਦਿਆ ਕੀਤੀ, ਨਿਤਨੇਮ ਦੀ ਨਿੰਦਿਆ ਕੀਤੀ, ਅੰਮ੍ਰਿਤ ਵੇਲੇ ਦੀ। ਤੇ ਵਾਕਿਆ ਹੀ ਇੱਕ ਬੰਦੇ ਨੇ ਆਪ ਕਿਹਾ, ਕਹਿੰਦੇ ਬਾਬਾ ਜੀ 25 ਸਾਲ ਲਗਾਤਾਰ ਮੈਂ ਨਿਤਨੇਮ ਨਹੀਂ ਛੱਡਿਆ, ਪਰ ਇੱਕ ਦਿਨ ਮੈਂ ਇੱਦਾਂ ਦੀ ਕਥਾ ਸੁਣੀ ਕਿਸੇ ਨਾਸਤਕ ਦੀ,
ਕਹਿੰਦੇ ਫਿਰ ਇੱਕ ਦਿਨ ਨਾ ਮੇਰਾ ਸਰੀਰ ਢਿੱਲਾ ਸੀ ਤੇ ਮੈਨੂੰ ਉਹਦੀ ਯਾਦ ਆ ਗਈ ਕਥਾ ਵਾਲੇ ਦੀ, ਤੇ ਮੈਂ ਸੋਚਿਆ ਭਾਈ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਹੋ ਜਾਊਗਾ ਤੇ ਨਾ ਆਊ ਕੋਈ ਗੱਲ ਨਹੀਂ। ਫਿਰ ਕਹਿੰਦੇ ਮੈਂ ਰਹਿਣ ਨਹੀਂ ਦਿੱਤਾ, ਟੁੱਟ ਗਿਆ ਨਾ ਨੇਮ। ਇਸ ਕਰਕੇ ਸੰਗਤ ਜੀ ਕਲਯੁਗ ਤੇ ਲੱਭਦਾ ਫਿਰਦਾ। ਉਹਨੇ ਵਚਨ ਵੀ ਕੀਤਾ ਸੀ ਨਾ ਮਹਾਰਾਜ ਨਾਲ ਵੀ ਮੈਂ ਛੱਡਣਾ ਕੋਈ ਨਹੀਂ, ਗਿਆਨੀ ਧਿਆਨੀ ਸਭ ਡਬੋ ਦੇਣੇ ਐ, ਮੈਂ ਪਾ ਦੇਣਾ ਕੰਬਲ। ਮਹਾਰਾਜ ਕਹਿੰਦੇ ਸੀ ਤੂੰ ਪਾਲੀ, ਮੇਰੇ ਵਾਲਿਆਂ ਨੇ ਨਿਕਲ ਹੀ ਜਾਣਾ ਉੱਥੋਂ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਇਆ ਦੇ ਸਾਗਰ ਨੇ, ਰਹਿਮਤ ਦੇ ਦਾਤੇ ਨੇ। ਸਾਡੀ ਸਾਰੀ ਸੰਗਤ ਵੱਲੋਂ ਭਾਈ ਦਵਿੰਦਰ ਸਿੰਘ ਨੂੰ ਲੱਖ ਲੱਖ ਵਧਾਈ। ਇਹਨਾਂ ਨਵਾਂ ਜੀਵਨ ਸਾਥੀ ਚੁਣਿਆ, ਇਹ ਸੰਗਤ ਦੇ ਵਿੱਚ ਮਹਾਰਾਜ ਦੀ ਸੀਸ ਪ੍ਰਾਪਤ ਕੀਤੀ। ਮਹਾਰਾਜ ਕਿਰਪਾ ਕਰਨ, ਦਇਆ ਕਰਨ, ਆਉਣ ਵਾਲਾ ਸਮਾਂ ਚੜ੍ਹਦੀ ਕਲਾ ਦਾ ਬਖਸ਼ਣ, ਬਾਣੀ ਬਾਣੀ ਦੇ ਧਾਰਨੀ ਬਣਾਉਣ। ਤੋ ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਭਾਈਆ ਜੈ ਰਾਮ ਜੀ ਤੇ ਬੇਬੇ ਜੀ ਕਹਿੰਦੇ ਸਤਿਗੁਰੂ ਅੱਜ ਤੋਂ ਬਾਅਦ ਕਦੇ ਵੀ ਤੇਰੇ ਤੇ ਭਰਮ ਨਹੀਂ ਕਰਾਂਗੇ, ਦਿਨੇ ਰਾਤ ਤੇਰੀ ਸ਼ਰਧਾ ਨਾਲ ਸੇਵਾ ਕਰਾਂਗੇ। ਅਜਖਤ ਸਭ ਸੁਖ ਪਾਏ, ਸ੍ਰੀ ਨਾਨਕ ਆਪਨ ਚਲੇ। ਇਸ ਤਰ੍ਹਾਂ ਕਵੀ ਰਾਜ ਜੀ ਕਹਿੰਦੇ ਸਾਰੀ ਸੰਗਤ ਨੂੰ ਸਕੂਨ ਮਿਲਿਆ। ਸੁਲਤਾਨਪੁਰ ਦੀਆਂ ਸੰਗਤਾਂ ਵੀ ਆ ਗਈਆਂ ਜਦੋਂ ਪਤਾ ਲੱਗਾ ਨਾ ਵੀ ਨਾਨਕ ਦੀ ਹੱਟ ਛੱਡ ਕੇ ਚੱਲੇ ਹੈ, ਤਾਂ ਨਿਕਲ ਗਈਆਂ ਪਿਆਰ ਮੇਰੇ ਵਰਗਿਆਂ ਦੀਆਂ। ਜਿਹੜੇ ਵਿਚਾਰੇ ਆ ਕੇ ਰੋਜ਼ ਭਰਾ ਕੇ ਝੋਲੀ ਲਿਜਾਂਦੇ ਸੀ, ਉਹਨਾਂ ਦੇ ਤੇ ਭਾਦੀ ਬਣ ਗਈ ਵੀ ਇਦਾਂ ਦਾ ਮੋਦੀ ਕਿੱਥੋਂ ਲੱਭਣਾ। ਦੂਜੇ ਤੇ ਰਿਸ਼ਵਤ ਮੰਗਦੇ, ਦਬਕੇ ਮਾਰਦੇ। ਇੱਕ ਨਾਨਕ ਸੀ ਭੁੱਖਾ ਨੰਗਾ ਅਰਥੀਆ, ਜੋ ਆਵੇ ਲੈ ਜਾਏ। ਗੁਰੂ ਨਾਨਕ ਕਿਸੇ ਨੂੰ ਮੋੜਦੇ ਨਹੀਂ ਹੈ। ਤੇ ਸੰਗਤ ਜੀ ਤੋਂ ਨੇਕ ਰੂਹ ਕਿਤੇ ਦੂਰ ਜਾਂਦੀ, ਉਦੋਂ ਫਿਰ ਦੁੱਖ ਵੀ ਆਉਂਦਾ। ਤੋ ਬਾਬਾ ਨਾਨਕ ਜੀ ਨੂੰ ਚਾਹੁਣ ਵਾਲੇ ਤੇ ਬੜੇ ਡਰੇ ਸੀ, ਪਰ ਹੁਣ ਕਹਿੰਦੇ ਸਾਰੇ ਖੁਸ਼ ਹੋਏ ਤੇ ਮਹਾਰਾਜ ਜੀ ਵਾਪਸ ਹੱਟ ਸਾਹਿਬ ਨੂੰ ਚੱਲ ਪਏ ਹਨ। ਕਹਿੰਦੇ ਜਦੋਂ ਮਹਾਰਾਜ ਜੀ ਦੁਬਾਰਾ ਹੱਟੀ ਨੂੰ ਗਏ ਤੇ ਸਾਰੇ ਮੰਗਤੇ ਕੀ ਸਾਰਾ ਸ਼ਹਿਰ ਹੀ ਮਹਾਰਾਜ ਦੇ ਸ਼ੁਕਰਾਨੇ ਕਰਨ ਆਇਆ। ਸਾਰੀ ਸੰਗਤੀ ਹੱਥ ਜੋੜ ਕੇ ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ। बल बल जाइए, ऐसे गुर को बल बल जाइए, बल बल जाइए, ऐसे गुर को बल बल जाइए। आप मुक्त मोहि तारे, आप मुक्त मोहि तारे, आप मुक्त मोहि तारे, ऐसे गुर को बल बल जाइए, ऐसे गुर को बल बल जाइए, ऐसे गुर को बल बल जाइए, ऐसे गुर को बल बल जाइए। बल बल जावा मैं अपने गुरु तो, बल बल जावां जी मैं अपने गुरु तो, बल बल जावां जी मैं अपने गुरु तो, बल बल जावां जी मैं अपने गुरु तो। मेरे सच्चे पातशाह नूं वेख के रौनक आ गई। संगते आसरा किसी तुहाडे घर खुशी होए ना, 3 जाणिਆਂ ਨੂੰ कदे ना मोड़ियो, दाई
ਪਿੰਡ ਦਾ ਨਾਈ ਤੇ ਗੁਰਦੁਆਰੇ ਦਾ ਭਾਈ। ਇਹ ਤਿੰਨੇ ਜਾਣੇ ਤੁਹਾਡੇ ਘਰ ਵੱਲੇ ਵੇਂਦੇ ਵੀ ਕਦੋਂ ਇਹਨਾਂ ਦੇ ਘਰ ਕੋਈ ਪ੍ਰੋਗਰਾਮ ਤੇ ਮੈਂ ਗਰੀਬ ਤੇ ਅਸੀਂ ਤਿੰਨਾਂ ਵੱਲੋਂ ਹੀ ਕੰਜੂਸੀ ਕਰਦੇ ਹਾਂ। ਇਹ ਤਿੰਨੇ ਹੀ ਸਾਡੀਆਂ ਦੁਆਵਾਂ ਮੰਗਦੇ, ਦਾਈ, ਨਾਈ ਤੇ ਗੁਰਦੁਆਰੇ ਦਾ। ਤੇ ਜਦੋਂ ਸਾਨੂੰ ਰੱਬ ਦਿੰਦਾ ਤੇ ਅਸੀਂ ਤਿੰਨਾਂ ਵੱਲੋਂ ਕੰਜੂਸੀ ਕਰਦੇ। ਦਾਈ ਨੂੰ ਵੀ ਕਹੀਦਾ ਵਾਧੂ 100 ਤੇ ਨਾਈ ਨੂੰ ਵੀ ਕਹੀਦਾ ਦੇ ਦਾਂਗੇ ਬਾਅਦ 'ਚ, ਵਿਆਹ ਲੰਘ ਲੈਂਦੇ, ਬਾਅਦ 'ਚ ਆਈ, ਹੁਣ ਬੀਜੀ ਹੈ। ਤੇ ਭਾਈ ਹੋਣੀ ਬਾਬਾ ਸੁਖਦੇਵ ਸਿੰਘ ਹੋਣੀ ਤੇ ਉਹਨਾਂ ਨੂੰ ਵੀ ਅਸੀਂ ਕਹੀਦਾ ਵੀ ਕੋਈ ਨਹੀਂ ਜੀ, ਆਪਾਂ ਤਾਂ ਇੱਥੇ ਰਹਿਣਾ, ਕਰਦੇ ਹਾਂ ਬਾਅਦ 'ਚ, ਛਕੋ ਜਲ ਪਾਣੀ ਛਕ ਲਓ। ਉਹ ਜਲ ਪਾਣੀ 'ਚ ਹੀ ਰਹਿ ਜਾਂਦਾ, ਫਿਰ ਆਖੋ ਸਤਿਨਾਮ। ਤੇ ਇਸ ਕਰਕੇ ਸਾਧ ਸੰਗਤ ਜੀ, ਜਿਹੜੇ ਗਰੀਬ ਗੁਰਬੇ ਸੀ, ਮੇਰੇ ਨਾਨਕ ਨੂੰ ਵੇਖ ਕੇ ਉਹ ਤੇ ਲੁੱਡੀਆਂ ਮਾਰਨ, ਇੱਕ ਇੱਕ ਲੱਤ ਤੇ ਨੱਚਣ, ਜਿਨ੍ਹਾਂ ਨੂੰ ਮੌਜ ਲੱਗੀ। ਜਿੱਦਣ ਦਾ ਬਾਬਾ ਨਾਨਕ ਹੱਟੀ ਤੇ ਬੈਠਾ, ਉਹ ਤਾਂ ਛਾਲਾਂ ਮਾਰਨ। ਸੰਗਤੀ ਦੁਆਵਾਂ ਹੀ ਹੁੰਦੀਆਂ। ਕੋਈ ਘਰ 'ਚ ਦਾਨੇ ਬੈਠੇ ਹੁੰਦੇ ਨਾ, ਹੁਣ ਤੁਸੀਂ ਆ, ਮੈਨੂੰ ਸਾਰਿਆਂ ਦਾ ਪਤਾ, 8 ਸਾਲ ਹੋ ਗਏ। ਤੇ ਕੁਝ ਐਸੀਆਂ ਰੂਹਾਂ ਹੁੰਦੀਆਂ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਜੋ ਮਰਜ਼ੀ ਕਹਿ ਦੋ, ਉਹਨਾਂ ਉਸੇ ਵੇਲੇ ਲਿਆ ਦੇਣਾ। ਉਹ ਦੂਰੋਂ ਹੀ ਆਉਂਦੀਆਂ ਵੇਖ ਕੇ ਹੁੰਦਾ ਵੀ ਸਾਡਾ ਵੀ ਕੋਈ ਹੈਗਾ। ਤੇ ਜਿਹੜੇ ਕੰਜੂਸ ਮੱਖੀ ਚੂਸ ਆ, ਉਹਨਾਂ ਨੂੰ ਵੇਖ ਕੇ ਪਤਾ ਲੱਗ ਜਾਂਦਾ। ਉਹ ਇੰਨੇ ਸਾਲਾਂ 'ਚ ਸਾਰੇ ਟੋਏ ਜਾਂਦੇ ਨਾ ਵੀ ਕਿਹੜਾ ਬੰਦਾ ਕਿੱਥੇ ਗਾ। ਫਿਰ ਉਹ ਜਿਹਨੂੰ ਵੇਖ ਕੇ ਇੱਕ ਕਹਿੰਦਾ ਇਹ ਵਾਹਵਾ ਲੱਗਦਾ, ਭਾਈ ਸਾਹਿਬ ਸੇਵਾ ਕਰਾਈਏ ਕੋਈ। ਮੈਂ ਕਿਹਾ ਮੈਨੂੰ 8 ਸਾਲ ਹੋ ਗਏ ਆ, ਇਕੱਲੇ ਇਕੱਲੇ ਦਾ ਪਤਾ, ਮੈਂ ਬੈਠਾ ਦੱਸ ਦੂੰ ਵੀ ਕਿਹਦੇ ਘਰੋਂ ਸੇਵਾ ਮਿਲੂ। ਮੇਰੇ ਤੋਂ ਲਿਖਾਲਾ ਇੱਥੇ ਸਭ ਦਾ ਮੈਨੂੰ ਪਤਾ ਵੀ ਕਿੰਨੇ ਕੁ ਪਾਣੀ 'ਚ ਹੈ। ਇਸ ਕਰਕੇ ਮੂੰਹ ਦਾ ਰਸ ਨਹੀਂ ਖਰਾਬ ਕਰਨਾ, ਇਹਨੂੰ ਨਾ ਕਹੀਂ, ਇਹਨੇ ਨਹੀਂ ਕਰਨਾ। ਪਰ ਉਹਨੇ, ਉਸ ਬੰਦੇ ਨੇ ਮੇਰੀ ਨਹੀਂ ਮੰਨੀ। ਉਹਨੇ ਜਾ ਕੇ ਕਹਿਤਾ, ਜਦੋਂ ਕਿਹਾ ਤੇ ਅਗਲੇ ਪਾਸੇ ਉਹ ਕਹਿੰਦਾ ਤੁਸੀਂ ਕਾਹਦੇ ਵਾਸਤੇ ਬੈਠੇ ਆ, ਪੰਡਾਂ ਨਾਲ ਗੋਲਕ ਹੁੰਦੀ, ਇਹ ਕਿੱਧਰ ਲੈ ਜਾਣੀ। ਮੈਂ ਕਿਹਾ ਖੜੋ ਜਾ, ਤੈਨੂੰ ਮੈਂ ਕਿਹਾ ਸੀ ਨਾ ਭਾਈ, ਮੈਂ ਭਾਈ ਆ, ਇੱਕ ਦਾਈ ਤੇ ਦੂਜਾ ਨਾਈ ਆ, ਇਹ ਤਿੰਨਾਂ ਕੋ ਪਿੰਡ ਦਾ ਰਿਕਾਰਡ ਹੁੰਦਾ। ਆਖੋ ਸਤਿਨਾਮ। ਤੋ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਵੇਖ ਕੇ ਮੇਰੇ ਵਰਗੇ ਗਰੀਬ ਗੁਰਬਿਆਂ ਨੇ ਤਾਂ ਛਾਲਾਂ ਮਾਰੀਆਂ, ਚਾਅ ਚੜ ਗਿਆ। ਕਹਿੰਦੇ ਬਾਬਾ ਆ ਗਿਆ ਫੇਰ ਹੱਟੀ ਤੇ। ਲਿਖੇ ਤੇ ਜੋ ਸੇਖ ਦੀਨ ਦੌਲਤ ਖਾਨ ਧਨ। ਕਹਿੰਦੇ ਲੰਮੇ ਸਮੇਂ ਤੋਂ ਗੁਰੂ ਨਾਨਕ ਦੇਵ ਜੀ ਦਾ ਲੇਖਾ ਜਿਹੜਾ ਨਿਕਲਿਆ ਸੀ, ਤੇ ਦੌਲਤ ਖਾਂ ਮੈਨੂੰ ਪਤਾ ਲੱਗਾ ਤੇ ਉਹ ਵੀ ਰੋਂਦਾ ਸੀ ਉਦੋਂ ਦਾ, ਜਦੋਂ ਮਹਾਰਾਜ ਨੇ ਕਹਿਤਾ ਸੀ ਭਾਈ ਆਪਣੀ ਹੱਟੀ ਸਾਂਭ ਲਾ, ਆਪਾਂ ਨਹੀਂ ਹੁਣ ਤੇਰੀ ਨੌਕਰੀ ਕਰਨੀ। ਉਹ ਵੀ ਰਾਤ ਨੂੰ ਸੌਂਦਾ ਨਹੀਂ ਸੀ, ਇੰਨਾ ਕੁ ਭਿੱਜਿਆ ਸੀ ਮੁਹੱਬਤ ਵਿੱਚ। ਇਸ ਕਰਕੇ ਜਦੋਂ ਉਹਨੂੰ ਪਤਾ ਲੱਗਾ ਵੀ ਨਾਨਕ ਜੀ ਮਨਾ ਲਏ ਆ ਬੇਬੇ ਨੇ, ਆ ਰਿਹਾ ਦੁਕਾਨ ਵੱਲ ਨੂੰ, ਤੇ ਜਿੰਨੇ ਪੈਸੇ ਉਹਦੇ ਕੋਲ ਸੀ ਨਾ ਉਸ ਵੇਲੇ, ਕਈ ਵਾਰੀ ਬੰਦੇ ਤਕੜੇ ਤਕੜੇ ਵੀ ਨਾ ਪਰਸ ਭੁੱਲ ਜਾਂਦੇ ਤੇ ਆ ਕੇ ਕਹਿੰਦੇ ਜੀ ਧਾਰੇ ਦਿਓ, ਬਾਅਦ 'ਚ ਦੇ ਦਿਓ। ਕਹਿੰਦੇ ਇੰਨੀ ਖੁਸ਼ੀ ਉਹਨੂੰ ਚੜ੍ਹੀ ਦੌਲਤ ਖਾਂ ਨੂੰ ਵੀ ਜਦੋਂ ਸੁਣਿਆ ਨਾਨਕ ਜੀ ਆ ਰਹੇ। ਵੈਸੇ ਤਾਂ ਸੁਲਤਾਨਪੁਰ ਦਾ ਨਵਾਬ ਸੀ, ਪਰ ਉਹਨੂੰ ਉਸ ਵੇਲੇ ਖਜ਼ਾਨੇ ਵੱਲ ਨੂੰ ਨਹੀਂ ਗਿਆ, ਉਹ ਨਾ ਉਹਨੇ ਕਿਸੇ ਅੱਗੇ ਹੱਥ ਹੀ ਅੱਡਿਆ। ਜਿੰਨਾ ਕੁ ਉਹਦੇ ਕੋਲ ਸੀ ਨਾ, ਉਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਵੱਲ ਨੂੰ ਵਧਣਾ ਕੀਤਾ। ਦੇਵ ਸੇਖ ਦੇ 17 ਸੈ ਅਧਿਕ। ਬਾਬੇ ਦੇ ਕਿੰਨੇ ਪੈਸੇ ਵਧੇ ਸੀ? 135। ਤੇ ਸਾਧ ਸੰਗਤ ਜੀ, ਜਦੋਂ ਦੋਹਰੇ ਮਹਾਰਾਜ ਹੱਟ ਸਾਹਿਬ ਗਏ ਨਾ, ਤੇ ਮੇਰੇ ਪਿਆਰੇ ਦੇ ਪਿਆਰ 'ਚ ਦੌਲਤ ਖਾਂ ਜਦੋਂ ਆਇਆ, ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਨੂੰ ਫਟਾਫਟ ਮੱਥਾ ਟੇਕਣ ਲੱਗਾ ਤੇ ਜੇਬ 'ਚ ਪਾਇਆ ਹੱਥ। ਜਦੋਂ ਹੱਥ ਪਾ ਕੇ ਬਾਹਰ ਕੱਢਿਆ ਤੇ ਕਵੀ ਰਾਜ ਜੀ ਕਹਿੰਦੇ ਨੇ ਦਏ 1700 ਅਦਕ, 1700 ਰੁਪਈਏ ਤੋਂ ਉੱਤੇ ਪੈਸੇ ਸੀ। 550 ਸਾਲ ਪਹਿਲਾਂ ਕਿੰਨਾ ਮੁੱਲ, 1700 ਰੁਪਈਆ ਕੋਈ ਥੋੜਾ ਨਹੀਂ। 20 ਰੁਪਈਏ ਜਿਹੜੇ ਸੀ ਨਾ, 20 ਰਜਤ ਪਣ, ਉਹਨਾਂ ਦਾ ਕਿੰਨਾ ਲੰਗਰ ਸੀ। ਵੇਖੋ ਦੌਲਤ ਖਾਂ ਦਾ ਦਿਲ, ਖੁਸ਼ੀ ਇੰਨੀ ਹੋ ਗਈ ਮੇਰਾ ਨਾਨਕ ਆ ਗਿਆ। ਜੇਬ 'ਚ ਪਾਇਆ ਹੱਥ ਤੇ ਕਵੀ ਰਾਜ ਜੀ ਕਹਿੰਦੇ 1700 ਰੁਪਈਆ ਨਿਕਲਿਆ। ਸਾਰੇ ਦਾ ਸਾਰਾ ਗੁਰੂ ਨਾਨਕ ਨੂੰ ਮੱਥਾ ਹੀ ਟੇਕ। ਸੰਗਤ ਜੀ ਤੁਸੀਂ ਵੀ ਯਤਨ ਕਰਿਆ ਕਰੋ, ਕਿਤੇ ਕੋਸ਼ਿਸ਼ ਕਰਕੇ ਵੇਖਿਓ। ਮੈਂ ਵੀ ਤੁਹਾਡੇ ਵਰਗਾ ਗਰੀਬ ਗੁਰਬਾ ਏ, ਮੈਂ ਸੱਚ ਦੀ ਬਾਤ ਦੱਸਦਾ, ਸੰਗਤ ਵਿੱਚ ਖਲਾਸੀ ਹੋ ਜਾਂਦੀ। ਇੱਕ ਦਿਨ ਨਾ ਘਟਨਾ ਵਰਤੀ ਮੇਰੇ ਨਾਲ, ਮੂੰਹ ਤੇ ਥੱਪੜ ਕਹਿ ਲਓ, ਮੈਂ ਤੁਹਾਨੂੰ ਜੋ ਕਹਿੰਦਾ ਰਹਿਣਾ ਖਰੇ। ਇੱਕ ਦਿਨ ਮੈਂ ਕਿਤੇ ਗਿਆ,
ਪ੍ਰੋਗਰਾਮ ਤੇ ਮੈਂ ਗੱਡੀ ਸੋਚਿਆ ਵੀ ਮੈਂ ਰੋਜ਼ ਕਥਾ 'ਚ ਕਹਿਣਾ ਵੀ ਟੁੱਟੇ ਪੈਸੇ ਗੁਰੂ ਅੱਗੇ ਰੱਖਦੇ ਆਪਾਂ। ਅੱਜ ਮੈਂ ਵੀ ਇਦਾਂ ਹੀ ਕਰਨਾ ਵੀ 100 ਰੁਪਈਆ ਗੁਰੂ ਸਾਹਿਬ ਦੇ ਅੱਗੇ ਰੱਖਣਾ ਤੇ 100 ਹੀ ਰਾਗੀਆਂ। ਤੇ ਸੱਚ ਦੱਸਦਾ, ਤੇ ਜਦੋਂ ਉੱਥੇ ਪਹੁੰਚ ਗਏ ਨਾ ਤੇ ਇਧਰਲੀ ਜੇਬ 'ਚ ਸੀ 200 ਤੇ ਇਧਰਲੀ 'ਚ 20 ਸੀ। ਉਹ ਜਦੋਂ ਜਲ ਪਾਣੀ ਛਕ ਕੇ ਅੰਦਰ ਹੋਏ ਉੱਥੇ ਤੇ ਉਹ 20 ਵਾਲੇ 'ਚ ਹੱਥ ਪਿਆ। ਉਹ ਜਦੋਂ ਨਿਕਲੇ ਤੇ ਮੈਂ ਕਿਹਾ ਚੱਲ ਕੋਈ ਨਹੀਂ, ਫੇਰ ਸਹੀ ਕਿਤੇ ਅੱਜ ਇੰਨੇ ਟੇਕਦੇ ਆ। ਤੁਹਾਨੂੰ ਪ੍ਰਤੱਖ ਦੱਸਦਾ, ਗੁਰੂ ਸਾਹਿਬ ਦਾ ਪ੍ਰਕਾਸ਼ ਜੇ ਇੱਥੇ ਇਦੋਂ ਵੱਧ ਕੁਝ ਨਹੀਂ। ਮੈਂ 10 ਰੁਪਈਏ ਰਾਗੀਆਂ ਨੂੰ ਤੇ ਮਹਾਰਾਜ ਨੂੰ। ਹੁਣ ਮਹਾਰਾਜ ਨੇ ਕਿੱਡੀ ਛੇਤੀ ਸੁਣੀ ਮੇਰੀ ਕਿ ਇਹ ਤਖਤਾਂ ਤੇ ਬੈਠਾ। ਜਦੋਂ ਰਾਤ ਨੂੰ ਆਏ ਤੇ ਬੈਠੇ ਭਾਈ ਸਾਹਿਬ ਬੈਠੇ ਵਿੱਚ, ਤੇ ਉਹ ਕੀ ਹੋਇਆ ਵੀ 2-4 ਕਾਗਜ਼ ਸੀ ਮੇਰੀ ਜੇਬ ਦੇ ਵਿੱਚ ਨਾਂ ਨੂੰ ਪਰਚੀ ਵਾਲੇ, ਤੇ ਮੈਂ ਵੈਸੇ ਹੀ ਪ੍ਰਸ਼ਾਦਾ ਛਕ ਕੇ ਥੱਲੇ ਉਤਰਿਆ ਤੇ ਮੈਂ ਕਿਹਾ ਕਾਗਜ਼ ਰੁਲਣਗੇ ਤੇ ਲੋਹ 'ਚ ਸੁੱਟ ਦਿੰਦਾ। ਤੇ ਜਦੋਂ ਮੈਂ ਕਾਗਜ਼ ਸੁੱਟੇ ਲੋਹ ਦੇ ਵਿੱਚ ਤੇ ਉਹ 200 ਰੁਪਈਆ ਵੀ ਲੋਹ ਦੇ ਵਿੱਚ ਪਿਆ। ਤੇ ਜਦੋਂ ਡਿੱਗਾ ਤੇ ਮੈਂ ਫਟਾਫਟ ਲੱਭੇ ਨਾ ਕੁਝ ਕੋਲੇ ਸੀ ਤੇ ਦਵੇ ਕੋਈ ਰੋਟੀਆਂ ਥੱਲਣ ਵਾਲੀ ਨਾ ਖਿੱਚੇ, ਜਿੰਨੇ ਕੁ ਚਿਰ ਨੂੰ ਬਾਹਰ ਆਏ ਉਹਨੇ ਚਿਰ ਨੂੰ ਸੜ ਗਿਆ ਸਤਨਾਮ। ਤੇ ਮੈਨੂੰ ਪ੍ਰਤੱਖ ਗੁਰੂ ਸਾਹਿਬ ਆ ਕੇ ਇਹ ਚੀਜ਼ ਦੇ ਕੇ ਗਏ ਵੀ ਵਾਕਿਆ ਹੀ ਪਿਆਰੇ ਹੋਏ ਖੇਡ ਨਹੀਂ ਜੇ, ਇਹਨੂੰ ਮੱਥੇ ਐਵੇਂ ਨਹੀਂ ਜੇ ਟਿਕਦੇ। ਹਜੇ ਮੈਂ ਕਹਿੰਦਾ ਰਹਿਣਾ ਏ 1 ਵਜੇ ਭੋਗ ਪਿਆ ਉੱਥੇ ਤੇ 5 ਘੰਟਿਆਂ ਬਾਅਦ ਰਿਜ਼ਲਟ ਮਿਲ ਗਿਆ ਮੈਨੂੰ। ਤੇ ਮਹਾਰਾਜ ਕਹਿੰਦੇ ਵੇਖ ਲਾ ਜਿਹੜੇ ਇਹਨੂੰ ਦੇ ਦੇਗਾ, ਨਹੀਂ ਤੇ ਇਦਾਂ ਹੀ ਸੜਨੇ। ਤੇ ਹੁੰਦਾ ਵੀ ਇਦਾਂ ਹੀ ਹੈ, ਬਿਮਾਰੀਆਂ ਤੇ ਝਗੜਿਆਂ 'ਚ ਕਚਹਿਰੀਆਂ 'ਚ ਦੁਨੀਆ ਉੱਜੜ ਗਈ, ਉੱਥੇ ਤੇ ਦੱਥੀਆਂ ਨਾ ਦੇਣੇ ਪੈਣੇ। ਤੋ ਇਸ ਕਰਕੇ ਸਾਧ ਸੰਗਤ ਜੀ ਪਿਆਰ ਬੋਲਣ ਦਿਆ ਕਥਾ 'ਚ ਵੀ ਗੁਰੂ ਨਾਨਕ ਨੂੰ ਵੇਖ ਕੇ ਚਾਹ ਹੀ ਨਾ ਵੀ ਬਾਬਾ ਜੀ ਵਾਪਸ ਆ ਗਏ। ਤੇ ਜੇਬ 'ਚ ਹੱਥ ਪਾਇਆ ਤੇ 1700 ਰੁਪਈਆ ਉਸ ਵੇਲੇ ਦਾ ਰਜਤਪਣ ਗੁਰੂ ਨਾਨਕ ਸਾਹਿਬ ਦੇ ਅੱਗੇ ਹੀ ਰੱਖਤਾ। ਇਸ ਕਰਕੇ ਕਿਉਂਕਿ ਜਿੰਨਾ ਦਿਲ ਖੋਲੋਗੇ ਉਨਾ ਹੀ ਰੱਬ ਨੇ ਗੱਲੇ ਖੋਲ ਦੇਣੇ ਹੈ, ਜਿੰਨਾ ਹੀ ਆਪਾਂ ਘੁੱਟੀ ਜਾਂਦੇ ਉਨਾ ਹੀ ਤੰਗ ਹੋਈ ਜਾਂਦੇ ਹੈ। ਤੇ ਇਸ ਕਰਕੇ ਸਾਧ ਸੰਗਤ ਇੱਥੇ ਮੈਂ ਕੋਲੋਂ ਤਾਂ ਨਹੀਂ ਕਿਹਾ ਕੁਛ। ਆ ਵੇਖੋ ਮਹਾਰਾਜ ਦਾ ਇਤਿਹਾਸ ਗਵਾਹੀ ਦਿੰਦਾ ਹੈ ਕਿ 1700 ਰੁਪਈਏ ਕਹਿੰਦੇ ਲੈ ਨਾਨਕਾ ਮੇਰੇ ਵੱਲੋਂ ਪਿਆਰ, ਮੈਨੂੰ ਮਾਫ ਕਰਦੀ, ਮੈਂ ਤੈਨੂੰ ਚੈੱਕ ਕਰਾਇਆ, ਤੇਰੇ ਪਿਆਰ ਤੇ ਸ਼ੱਕ ਕੀਤਾ। ਤੁਰਕ ਬਾਈ ਦੇਤ ਵਧਾਈ ਮਿਲ ਸਭੈ। ਕਹਿੰਦੇ ਬਾਬਾ ਜੀ ਨੂੰ ਵਧਾਈਆਂ ਦੇਣ ਵਾਸਤੇ ਹਿੰਦੂ ਤੇ ਤੁਰਕ ਭਾਵ ਮੁਸਲਮਾਨ ਸਾਰੇ ਇਕੱਠੇ ਹੋ ਕੇ ਮਹਾਰਾਜ ਸਾਹਿਬ ਨੂੰ ਜੀ ਆਇਆਂ ਆਖਣ ਆਏ ਹਨ। ਬਹੁਰ ਸੁਨਾਈ ਹਮੈ ਸੁਨਿਓ ਪਿਤ ਤਜ ਦੋਈ। ਤੇ ਸਾਰੇ ਅੱਖਾਂ ਦੇ ਵਿੱਚ ਜਾਲ ਆਇਆ ਪਿਆ ਗਰੀਬ ਗੁਰਬਿਆਂ ਦੇ। ਕਹਿੰਦੇ ਨਾਨਕ ਜੀ ਅਸੀਂ ਸੁਣਿਆ ਸੀ ਉਹ ਸੱਚ ਸੀ? ਮਾਰੇ ਕਹਿੰਦੇ ਕੀ ਸੁਣਿਆ ਸੀ? ਕਹਿੰਦੇ ਅਸੀਂ ਸੁਣਿਆ ਸੀ ਮਹਿਤਾ ਕਾਲੂ ਦੀ ਕੁਲ ਦਾ ਦੀਵਾ, ਬੇਦੀਆਂ ਦਾ ਮਾਲਕ ਨਾਨਕ ਜੀ ਮੋਦੀ ਖਾਨਾ ਛੱਡ ਗਿਆ ਏ। ਮਾਰੇ ਕਹਿੰਦੇ ਸੱਚ ਸੀ, ਕੋਈ ਝੂਠ ਨਹੀਂ, ਛੱਡਤਾ ਸੀ ਅਸੀਂ। ਪਰ ਆ ਜਿਹੜੀ ਸਾਡੀ ਬੇਬੇ ਹੈ ਨਾ, ਇਹ ਪਿਆਰ ਹੀ ਇੰਨਾ ਕਰਦੀ ਕਮਲੀ, ਇਹਨੂੰ ਮੋੜ ਹੀ ਨਹੀਂ ਸਕਦੀ। ਇਹਦਾ ਕਰਕੇ ਫੇਰ ਸਾਨੂੰ ਵਾਪਸ ਆਉਣਾ ਪੈ ਗਿਆ। ਅਧਿਕ ਕੀਨ ਅਫਸੋਸ ਹਮ ਤੁਮ ਉਪਕਾਰ ਸਰੀਰ। ਕਹਿੰਦੇ ਮਹਾਰਾਜ ਸਾਨੂੰ ਜਦੋਂ ਪਤਾ ਲੱਗਾ ਨਾਨਕ ਜੀ ਚੱਲੇ ਆ ਤੇ ਸਾਨੂੰ ਤਾਂ ਨੀਂਦ ਨਹੀਂ ਆਈ। ਸਾਰੀ ਰਾਤ ਸਾਡੀ ਰੋਂਦਿਆਂ ਲੰਘ ਗਈ। ਵੈਸੇ ਰੋਂਦਾ ਉਹ ਹੁੰਦਾ ਜਿਹਦੀ ਨੌਕਰੀ ਚੱਲ ਜੇ। ਤੇ ਗੁਰੂ ਨਾਨਕ ਸਾਹਿਬ ਹੱਸ ਰਹੇ ਸੀ, ਕਹਿੰਦੇ ਸ਼ੁਕਰ ਹੈ ਜੱਬ ਛੁੱਟਾ, ਜਿਹੜੀਆਂ ਚੀਜ਼ਾਂ 'ਚ ਘਾਟੇ ਪੈਂਦੇ ਉਹ ਰੱਖਣੀਆਂ ਹੀ ਕਿਉਂ ਹੈ। ਜਿੱਦਾਂ ਭਾਈ ਸੁਥਰਾ ਸੀ ਨਾ, ਤੇ ਇੱਕ ਸੇਠ ਕਥਾ ਸੁਣ ਲਿਆ ਤੇ ਉਹ ਵਾਰ-ਵਾਰ ਐਂ ਘੜੀ ਵੱਲ ਵੇਖੇ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕੀ ਗੱਲ ਤੈਨੂੰ, ਤੂੰ ਬਹਿੰਦਾ ਨਹੀਂ ਕਥਾ 'ਚ? ਕਹਿੰਦਾ ਮਹਾਰਾਜ ਕੁਛ ਨਹੀਂ, ਹੁਣ ਪਾਤਸ਼ਾਹ ਅੱਜ ਵੀ ਜਾਣੀ ਜਾਣ ਹੈ ਮੇਰੇ ਵਰਗਿਆਂ ਦੀਆਂ। ਤੇ ਮਹਾਰਾਜ ਕਹਿੰਦੇ ਸਾਨੂੰ ਸਭ ਪਤਾ, ਜਿਹੜਾ ਤੇਰਾ ਧਿਆਨ ਪਾਸੇ ਜਾਂਦਾ ਤੇਰੀ ਨਿਗਾਹ ਜੁੱਤੀ 'ਚ ਨਵੀਂ ਲੈ ਕੇ ਆਇਆ ਵੀ ਕੋਈ ਬਾਹਰੋਂ ਕਿਤੇ ਚੁੱਕੇ ਨਾ ਚੱਲ ਜੇ। ਤੇ 4 ਜੋੜੇ ਤੇ ਮੈਂ ਚੁਕਾਏ, ਆਖੋ ਸਤਨਾਮ। ਇੱਕ ਦਿਨ ਇੱਕ ਭੈਣ ਵਿਚਾਰੀ ਗੱਡੀ 'ਚ ਉਤਰੇ, ਉਹ ਲੱਭਦੀ ਫਿਰੇ। ਮੈਂ ਕਿਹਾ ਵਾਹਿਗੁਰੂ ਕਹਿ ਕੇ ਦਾਨ ਹੋ ਗਏ, ਹੁਣ ਕੋਈ ਨਹੀਂ ਫੇਰ ਲੈ ਲਈ। ਕਹਿੰਦੇ ਇੱਥੇ ਏਦਾਂ ਵੀ ਹੁੰਦਾ? ਮੈਂ ਕਿਹਾ ਕਿਤੇ ਇਹਦਾ ਅੰਦਰ ਨਾ ਭਾਵਨਾ ਨਾ ਟੁੱਟ ਜੇ। ਮੈਂ ਕਿਹਾ ਦੱਸ ਦੇ ਵੀ 4-5 ਹੈ, ਆਪਾਂ ਇੱਕੋ ਜਿਹੇ ਭੈਣ ਭਰਾ। ਉਹ ਹੱਸ ਪਈ ਹੈਨਾ। ਇਸ ਕਰਕੇ ਫੌਜਾਂ ਦਾ ਪਹਿਰਾ ਹੀ ਹੁੰਦਾ। ਕਦੇ ਨਾ ਦਿਲ ਦਿਖਾਇਆ ਕਰੋ ਜੁੱਤੀ ਚੁੱਕੀ ਜਾਵੇ, ਕਿਉਂਕਿ ਚੁੱਕਦਾ ਹੀ ਉਹ ਜਿਹਨੂੰ ਲੋੜ ਆ।
ਆਖੋ ਸਤਨਾਮ। ਤੋ ਕਹਿੰਦੇ ਉਹ ਮਹਾਰਾਜ ਕਹਿੰਦੇ ਸੁਥਰਿਆ ਜਾ ਬਾਹਰ, ਜੁੱਤੀਆਂ ਜੋੜਿਆਂ 'ਚ ਬਹਿ ਸੰਗਦੇ। ਉਹ ਜੋੜਾ ਘਰ ਨਹੀਂ ਸੀ ਹੁੰਦੇ, ਟੋਕਨ ਮਿਲਦਾ। ਉਹ ਕਹਿੰਦੇ ਜੋੜਾ ਘਰ 'ਚ ਬਹਿ ਜਾ ਪੁੱਤਰਾ, ਸੰਗਤ ਦਾ ਧਿਆਨ ਬਾਹਰ ਜੋੜਿਆਂ 'ਚ। ਹੁਣ ਵੀ ਮੇਰੇ ਵਰਗੇ ਮੈਂ ਵੀ ਕਈ ਆਪਾਂ ਲਕਾਈ ਦੀਆਂ, ਲਕਾ ਲਕੂ ਕੇ ਆਸੇ ਪਾਸੇ ਵੀ ਮੁੜ ਕੇ ਲੱਭਣੀਆਂ ਨਹੀਂ ਆ। ਇੱਕ ਦਿਨ ਮੈਂ ਲਕਾਉਣ ਦਿਆ ਤੇ ਸੰਗਤ ਕਹਿੰਦੀ ਹੈ ਬਾਬਾ ਜੀ ਅੱਜ ਫੜੇ ਗਏ ਨਾ। ਮੈਂ ਕਿਹਾ ਕੀ ਹੋਇਆ? ਕਹਿੰਦੇ ਸਾਨੂੰ ਕਿਹਨਾਂ ਨੇ ਆਪ ਲਕਾਉਣ ਦਾ। ਮੈਂ ਕਿਹਾ ਕੀ ਕਰੀਏ, ਦੁਨਿਆਵੀ ਆ ਹੀ ਜਾਂਦਾ ਪੈਰਾ। ਤੂੰ ਬਾਬਾ ਸੁਥਰਾ ਜੀ ਨੂੰ ਜੋੜਿਆਂ ਚ ਬਾਤਾ। ਜਦੋਂ ਸੰਗਤ ਨੇ ਕਥਾ ਸੁਣੀ, ਕਥਾ ਤੋਂ ਬਾਹਰ ਸੰਗਤ ਗਈ ਤੇ ਜਾਂਦਿਆਂ ਨੂੰ ਚਾਹ ਪਕੌੜਿਆਂ ਦਾ ਲੰਗਰ, ਮਠਿਆਈ ਸੰਗਤ ਖਾਵੇ ਕਵੇ ਆ ਧੰਨ ਸੁਥਰਾ, ਧੰਨ ਸੁਥਰੇ ਨੇ ਲੰਗਰ ਲਾਇਆ। ਤੇ ਜਦੋਂ ਸਾਰੇ ਰੱਜ ਪੁੱਜ ਗਏ ਤੇ ਜੋੜੇ ਲੱਭਣ ਤੇ ਜੁੱਤੀ ਲੱਭੇ ਕਿਸੇ ਦੀ। ਉਹ ਕਹਿੰਦੇ ਮਹਾਰਾਜ ਕਿਹਨੂੰ ਬਿਠਾਇਆ ਸੀ ਜੋੜਿਆਂ 'ਚ? ਕਹਿੰਦੇ ਸੁਥਰੇ ਨੂੰ। ਕਹਿੰਦੇ ਬੇਟਾ ਸੰਗਤ ਦੇ ਜੋੜੇ ਕਿੱਥੇ ਆ? ਕਹਿੰਦੇ ਮਹਾਰਾਜ ਪੈਰਾ ਵਰਤ ਗਿਆ। ਕਹਿੰਦੇ ਕਾਹਦਾ? ਕਹਿੰਦੇ ਮਹਾਰਾਜ ਤੁਸੀਂ ਆਪ ਹੀ ਕਹਿੰਦੇ ਕਥਾ 'ਚ ਰੋਜ਼ ਵੀ ਜਿਹੜੀ ਚੀਜ਼ ਗੁਰੂ ਨਾਲੋਂ ਤੋੜਦੀ ਉਹਨੂੰ ਰੱਖਣਾ ਹੀ ਨਹੀਂ। ਤੇ ਮਹਾਰਾਜ ਕਹਿੰਦੇ ਕੀਤਾ ਕੀ? ਕਹਿੰਦੇ ਮੈਂ ਸਾਰੇ ਬੋਰੀ 'ਚ ਪਾ ਕੇ ਨਾ ਕਵਾੜੀਏ ਨੂੰ ਦੇ ਆਇਆ। ਆਖੋ ਸਤਨਾਮ। ਉਹਨੇ ਮੈਨੂੰ ਜਿੰਨੇ ਕੁ ਟੱਕੇ ਦਿੱਤੇ ਤੇ ਮੈਂ ਮਠਿਆਈ ਖਵਾਤੀ। ਮਹਾਰਾਜ ਬੜੇ ਹੱਸੇ ਖਿੜ ਖਿੜ ਕੇ। ਕਹਿੰਦੇ ਵਾਹ ਓਏ ਤੂੰ ਸੱਚੀ ਸੁਥਰਾ। ਤੇ ਜਿਹੜੇ ਮੇਰੇ ਵਰਗਿਆਂ ਦੀਆਂ ਟੁੱਟੀਆਂ ਸੀ ਨਾ ਉਹ ਵੀ ਕਹਿਣ ਮੇਰਾ 500 ਦਾ ਜੋੜਾ, ਜਿਨ੍ਹਾਂ ਦੀਆਂ ਵੱਧਰਾਂ ਵੀ ਹੈ ਨਹੀਂ ਉਹ ਵੀ ਕਹਿਣ ਨਵਾਂ ਹੀ ਸੀ। ਮਹਾਰਾਜ ਸਾਹਿਬ ਕਹਿੰਦੇ ਇਹਨੂੰ ਮਾਰਿਓ ਨਾ, ਜਾਓ ਸਾਡੇ ਖਜ਼ਾਨਚੀ ਤੋਂ ਮਾਇਆ ਲੈ ਲਓ। ਤੇ ਸਾਰੀ ਸੰਗਤ ਨੂੰ ਨਵੇਂ ਜੋੜੇ ਦੇ ਤੇ। ਕਹਿੰਦੇ ਇਹਨੂੰ ਨਾ ਕੁਝ ਕਿਓ, ਇਹ ਰੰਗੀ ਰੂਹ ਹੈ। ਇਸ ਕਰਕੇ ਅੱਜ ਕਥਾ ਉਹ ਵਿੱਚੋਂ ਬਚਨ ਆ ਗਿਆ ਵੀ ਜਿਹੜੀ ਚੀਜ਼ ਗੁਰੂ ਤੋਂ ਤੋੜਦੀ ਉਹਨੂੰ ਰੱਖਣਾ ਹੀ ਨਹੀਂ ਚਾਹੀਦਾ। ਇਸ ਕਰਕੇ ਅਸੀਂ ਰੱਖੀਆਂ ਹੀ ਸਾਰੀਆਂ ਉਹ ਜਿਹੜੀਆਂ ਤੋੜਨ ਵਾਲੀਆਂ, ਜੋੜਨ ਵਾਲੀ ਤਾਂ ਰੱਖੀ ਹੋਈ ਨਹੀਂ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ, ਕਈ ਬਜ਼ੁਰਗ ਬੜੇ ਦੁਖੀ, ਕਹਿੰਦੇ ਅੱਗ ਲੱਗੇ ਕਿਤੇ ਟੀਵੀ ਟੁੱਟ ਜੇ, ਖਰਾਬ ਹੋ ਜੇ, ਤੇ ਅੱਗੋਂ ਉੱਠਦੇ ਹੀ ਨਹੀਂ ਜਵਾਕ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਕਹਿੰਦੇ ਤੁਸੀਂ ਕਾਹਤੋਂ ਰੋਂਦੇ ਰਹੇ ਰਾਤ? ਨੌਕਰੀ ਤੇ ਅਸੀਂ ਛੱਡੀ। ਕਹਿੰਦੇ ਮਹਾਰਾਜ ਤੁਹਾਨੂੰ ਪਤਾ ਤੁਹਾਡੇ ਆਸਰੇ ਨਾਲ ਸਾਡੀ ਰੋਟੀ ਪੱਕਦੀ ਹੈ। ਸਾਨੂੰ ਪਤਾ ਹੁੰਦਾ ਵੀ ਅੱਜ ਦਿਹਾੜੀ ਨਾ ਵੀ ਲੱਗੀ, ਚੱਲ ਨਾਨਕ ਨੇ ਆਟਾ ਦੇ ਦੇਣਾ ਹੈ। ਕਹਿੰਦੇ ਮਹਾਰਾਜ ਅੱਜ ਤੇ ਭੰਗੜਾ ਪਾਉਂਦੇ ਆਏ ਘਰੋਂ, ਇੰਨੀ ਖੁਸ਼ੀ ਹੋਈ ਵੀ ਸਾਡਾ ਰੱਬ, ਸਾਡਾ ਮੋਦੀ, ਸਾਡਾ ਨਾਨਕ ਵਾਪਸ ਆ ਗਿਆ ਹੈ। ਉਚਿਤ ਸਨਮਾਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਕੀ ਚਾਹੀਦਾ? ਕਹਿੰਦੇ ਮਹਾਰਾਜ ਜਿੱਦਣ ਦੇ ਘਰੇ ਬੈਠੇ ਜੇ ਭੁੱਖੇ ਮਰ ਗਏ, ਚਾਹੀਦਾ ਕੀ ਹੈ? ਚਾਹੀਦਾ ਇਹੋ ਕੁਝ ਵੀ ਖੋਲੋ ਹੁਣ ਹੱਟ ਦਿਓ ਸਾਨੂੰ ਭਰ ਭਰ ਕੇ। ਤੋ ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆਓ ਜੀ ਆਇਆਂ ਨੂੰ। ਕਵੀਰਾਜ ਜੀ ਕਹਿੰਦੇ ਜਥਾ ਉਚਿਤ ਸਨਮਾਨ ਕੈ ਬਿਦਾ ਕੀਨ ਗੁਣ ਐਨ। ਕਹਿੰਦੇ ਬੜੇ ਸਤਿਕਾਰ ਦੇ ਨਾਲ ਮਹਾਰਾਜ ਜੀ ਸਭ ਦੀਆਂ ਝੋਲੀਆਂ ਭਰ ਭਰ ਕੇ, ਕਿਸੇ ਦਾ ਦਿਲ ਨਹੀਂ ਦੁਖਾਇਆ, ਸਾਰਿਆਂ ਨੂੰ ਵਿਦਾ ਕੀਤਾ ਹੈ। ਕਹਿੰਦੇ ਜਿੱਦਾਂ ਅੱਗੇ ਨਿਧੜਕ ਹੋ ਕੇ ਮੋਦੀ ਦੀ ਕਾਰ ਕਰਦੇ ਸੀ, ਹੁਣ ਉਦੋਂ ਵੀ ਨਿਧੜਕ ਹੋ ਗਏ। ਕਿਉਂਕਿ ਜਦੋਂ ਨਵਾਬ ਹੀ ਮੱਥਾ ਟੇਕ ਗਿਆ 1700 ਤੇ ਮਗਰ ਕੀ ਰਹਿ ਗਿਆ? ਜਿਹਦੇ ਬੰਦੇ, ਜਿਹਦੀ ਪੁਲਿਸ, ਜਿਹਦੇ ਕਰਿੰਦੇ, ਜਿਹਦੇ ਸਰਕਾਰ ਹੀ ਜਿਹਦੀ ਸੁਲਤਾਨਪੁਰ ਦੇ ਨਾਲ ਚੱਲਦੀ ਸੀ, ਜਦੋਂ ਉਹ ਹੀ ਬਾਬੇ ਦਾ ਮੁਰੀਦ ਬਣ ਗਿਆ ਤੇ ਬਾਕੀਆਂ ਨੇ ਤਾਂ ਫਿਰ ਬਣ ਜਾਣਾ ਹੈ। ਸ੍ਰੀ ਗੁਰੂ ਹਰਗੋਬਿੰਦ ਜੀ ਪਦ ਅਰਬਿੰਦ ਮਨਾਏ। ਸੋ ਇਸ ਕਰਕੇ ਅਗਲਾ ਅਧਿਆਏ 19ਵਾਂ ਆਰੰਭ ਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਮੰਗਲ ਨਾਲ। ਸਤਿਗੁਰੂ ਮਹਾਰਾਜ ਜੀ ਆਪ ਜੀ ਦੇ ਚਰਨਾਂ ਕਮਲਾਂ ਦੀ ਸੁਖ ਦੇਣ ਵਾਲੀ ਕਥਾ ਵਰਣਨ ਕਰਦੇ ਹਾਂ। ਕਥਾ ਸੁਖਦਾਇਨੀ ਸੁਨੋ ਸਿੱਖ ਚਿਤ ਲਾਏ। ਕਹਿੰਦੇ ਸਾਰੀ ਸੰਗਤ ਦੀ ਕਥਾ ਨੂੰ ਪਿਆਰ ਨਾਲ ਸੁਣਿਆ ਕਰੋ, ਚਿੱਤ ਲਾ ਕੇ। ਮਹਾਰਾਜ ਸਾਹਿਬ ਜੀ ਝੋਲੀਆਂ ਭਰ ਦੇਣਗੇ ਤੁਹਾਡੀਆਂ। ਸਵਈਆ ਕੇਤਿਕ ਕਾਲ ਬਤੀਤ ਪਇਓ ਫਲ ਰੀਤ ਸੁਮੋਤੀ ਕੀ ਕਾਰ ਚਲਾਈ। ਸੋ ਇਸ ਕਰਕੇ ਕਹਿੰਦੇ ਹਨ ਕਿ ਜੇ ਬਾਬੇ ਨੇ ਉਦਣ ਝੋਲੀਆਂ ਭਰ ਕੇ ਤੋਰੇ, ਅੱਜ ਆਪਾਂ ਵੀ ਆ ਕਰੋ 2 ਮਿੰਟ ਏਦਾਂ ਕਰ ਲਓ, ਕੁਛ ਨਹੀਂ ਹੁੰਦਾ, ਮੌਕਾ ਹੀ ਹੁੰਦਾ। ਆਖੋ ਸਤਨਾਮ। ਸਤਿਗੁਰੂ ਮਹਾਰਾਜ ਅਸੀਂ ਵੀ ਰੋਜ਼ ਆ ਕੇ ਬਹਿ ਜਾਂਦੇ, ਸਾਡੀ ਵੀ ਭਰ ਦਿਓ। ਮਹਾਰਾਜ ਕਹਿੰਦੇ ਨੇ ਅੱਗੇ ਭਰੀ, ਅੱਗੇ ਕਿਹੜਾ ਖਾਲੀ ਹੈ। ਜਦੋਂ ਕੋਈ ਫੋਨ ਕਰ ਦਿੰਦਾ ਬਾਬਾ ਜੀ ਟਾਈਮ ਕਿਹਦਾ, ਨਹੀਂ ਮੇਰੇ ਕੋਲ ਨਹੀਂ ਹੈਗਾ ਜਵਾਬ, ਮੈਂ ਬੋਕਾਂ ਭਰੀ ਆ ਨਾ ਦੱਸ।
ਤਾਂ ਕਰਕੇ ਹੀ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਨੇ। ਕੋਈ ਨਹੀਂ ਸੀ ਪੁੱਛਦਾ ਸੰਗਤੇ, ਘਰ ਕਿਸੇ ਦੇ ਜਾਣਾ ਅਗਲੇ ਬੂਹਾ ਢਾਉਂਦੇ ਸੀ। ਤੇ ਅੱਜ ਇਸ ਘਰ ਦੀ ਸਿਫਤ ਮੈਂ ਦਾਸ ਤੁਹਾਡੇ ਸਾਹਮਣੇ, ਕੋਈ ਸਮਾਂ ਸੀ ਕੋਈ ਬੂਹਾ, ਅੱਜ ਸੰਗਤ ਆਪ ਤੁਸੀਂ ਉੱਥੇ ਹੋਰ ਕਿਸੇ ਨੂੰ ਭੇਜ ਦਿਓ, ਤੁਸੀਂ ਸਾਡੇ ਆਇਓ ਜ਼ਰੂਰ। ਫਿਰ ਕਹੀਦਾ ਨਹੀਂ ਜੀ ਮਾਫੀ ਦਿਓ, ਤੁਹਾਡੇ ਨਹੀਂ ਆਇਆ ਜਾਣਾ, ਕਿਤੇ ਹੋਰ ਜਾਣਾ ਪੈਣਾ। ਇਸ ਕਰਕੇ ਉਹਦੀਆਂ ਖੇਡਾਂ ਹੀ, ਖਾਲੀ ਝੋਲੀਆਂ ਨੂੰ ਉਹ ਭਰਦਾ ਵੀ ਅੱਜ ਵੀ ਭਰਨ ਦਿਆ ਸੰਗਤ ਜੀ, ਬਸ ਆਪਣੀ ਭਾਵਨਾ ਬਣਾਈ ਰੱਖਿਓ। ਤੋ ਕਹਿੰਦੇ ਹਨ ਕਿ ਇਸ ਤਰ੍ਹਾਂ ਕਿੰਨਾ ਸਮਾਂ ਬਤੀਤ ਹੋ ਗਿਆ, ਮਹਾਰਾਜ ਜੀ ਮੋਦੀ ਖਾਨਾ ਕਰ ਰਹੇ ਹਨ। ਔਰ ਇਸ ਤਰ੍ਹਾਂ ਕਰਕੇ ਕਹਿੰਦੇ ਮਹਾਰਾਜ ਕਦੇ ਮਿਣ ਮੁਣ ਕੇ ਨਹੀਂ ਤੋਲਦੇ। ਸੰਗਤੇ ਤੁਸੀਂ ਇੱਕ ਚੀਜ਼ ਵੇਖੀ, ਜਿੱਦਾਂ ਦਾ ਬੀਜ ਕਰੋਗੇ ਰੱਬ ਉਦਾਂ ਹੀ। ਜੇ ਅੱਜ ਤੁਸੀਂ ਦਾਨ ਕਰਨ ਲੱਗੇ ਗਿਣੋ ਮਿਣੋਗੇ ਨਾ, ਉਹਨੇ ਵੀ ਇੰਨਾ ਦੇਣਾ, ਇੱਕ ਦਿਨ ਗਿਣਿਆ ਨਹੀਂ ਜਾਣਾ। ਪ੍ਰਤੱਖ ਉਦਾਹਰਨ ਵੀ ਜੇ ਬਾਬਾ ਨਾਨਕ ਭਰ ਦਿੰਦਾ ਸੀ ਨਾ, ਤੇ ਦੌਲਤ ਖਾਨ ਨੇ ਵੀ ਗਿਣਤੀ ਨਹੀਂ ਕੀਤੀ ਥੁੱਕ ਲਾ ਕੇ ਕਿ ਬਾਬੇ ਨੂੰ ਕਿੰਨੇ ਦੇਣੇ, ਉਹਨੇ ਵੀ ਜੇਬ 'ਚ ਹੱਥ ਪਾਇਆ, ਜਿੰਨੇ ਹੱਥ 'ਚ ਆ ਗਏ ਚੱਲ। ਜੇ ਆਪਾਂ ਇੱਦਾਂ ਵਰਤਾਂਗੇ ਨਾ ਗੁਰੂ ਨਾਲ, ਫਿਰ ਗੁਰੂ ਵੀ ਉੱਦਾਂ ਹੀ ਵਰਤਦਾ। ਇਹ ਪ੍ਰਤੱਖ ਹੈ, ਕਰਕੇ ਵੇਖ ਲਿਓ। ਨਹੀਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਜੱਗਾ ਜੀ ਹੁਣੀ ਇੱਦਾਂ ਹੀ ਹੈ। ਮਹਾਂਪੁਰਖ ਥੋੜਾ ਕਦੀ ਗਿਣਦੇ ਕੋਈ ਸੇਵਾਦਾਰ, ਬਾਬਾ ਜੀ ਆਹ ਲੈਣਾ, ਆ ਲੈ, ਆ ਲੈ ਲਾ, ਇੱਦਾਂ ਹੀ ਜਿਹੜੇ ਵੱਡੇ ਮਹਾਂਪੁਰਖ ਸਾਧੂ ਸੰਤ ਹੈ, ਉਹ ਵੀ ਜਿੰਨੇ ਵੀ ਰੱਬੀਆਂ ਰੂਹਾਂ ਹੋਈਆਂ ਮਹਾਂਪੁਰਖ ਰੰਗੇ, ਉਹ ਇੱਦਾਂ ਹੀ ਕਰਦੇ। ਇੱਧਰੋਂ ਕੋਈ ਆਇਆ 2 ਲੱਖ ਟੇਕ ਗਿਆ, ਉਹਨਾਂ ਜੇਬੇ 'ਚ ਪਾਲਣਾ ਫਸੋਈ, ਤੇ ਇੱਧਰੋਂ ਆਇਆ ਬਾਬਾ ਜੀ ਉਹ ਪੈਰਾ ਘੋੜਿਆਂ ਨੂੰ ਪਾਉਣਾ, ਚੱਲ ਦੱਥੀ। ਉਧਰ ਆ ਗਿਆ ਬਾਬਾ ਜੀ ਬਸਤਰ ਸਵਾਉਣੇ, ਚੱਲ। ਨਾ ਕਦੀ ਗਿਣ ਕੇ ਲਏ ਤੇ ਨਾ ਕਦੀ ਗਿਣ ਕੇ। ਸੰਗਤੇ ਜਦੋਂ ਆਪ ਪੈਰਾ ਏਦਾਂ ਰੱਖੀਏ, ਫਿਰ ਰੱਬ ਵੀ ਉਦਾਂ ਹੀ ਦਿੰਦਾ ਹੈ। ਕਹਿੰਦੇ ਇਸ ਤਰ੍ਹਾਂ ਬੜੇ ਖੁਸ਼ ਹੁੰਦੇ ਮੇਰੇ ਵਰਗੇ ਮੰਗਤੇ, ਆਪਣੇ ਵਰਗੇ ਜਿਹੜੇ ਕਿਲੋ ਆਟਾ ਵੀ ਲੈਣ ਆਉਂਦੇ, ਜਦੋਂ ਉਹਨਾਂ ਨੂੰ ਵੀ 13-13 ਕਿਲੋ ਮਿਲ ਜਾਂਦਾ ਤੇ ਖੁਸ਼ ਤੇ ਆਪੇ ਹੀ ਹੋਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਮਾਲਕ ਨੇ। ਜਦੋਂ ਕੋਈ ਗਰੀਬ ਮੰਗੇ 1100 ਤੇ ਮਿਲ ਜੇ 5100, ਤੇ ਉਹਨੇ ਤੇ ਭੰਗੜਾ ਆਪੇ ਹੀ ਪਾਉਣਾ। ਤੋ ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਭਰ ਰਹੇ ਨੇ ਝੋਲੀਆਂ। ਕਹਿੰਦੇ ਸਾਰੇ ਖੁਸ਼ ਹੋ ਕੇ ਆਨੰਦ ਹੀ ਲਈ ਜਾਂਦੇ, ਸਾਧ ਸੰਗਤ ਦਿਲ ਤੇ ਕਰਦਾ ਸੁਣਾਈ ਚੱਲੀਏ, ਪਰ ਘੜੀ ਜਵਾਬ ਦੇ ਗਈ ਹੈ। ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਦਾਤਾ ਗਰੀਬ ਨਿਵਾਜ ਨਿਵਾਜ ਗਰੀਬਾਂ ਨੂੰ, ਦਾਤਾ ਗਰੀਬ ਨਿਵਾਜ ਨਿਵਾਜ ਗਰੀਬਾਂ ਨੂੰ। ਦਾਤਾ ਗਰੀਬ ਨਿਵਾਜ ਨਿਵਾਜ ਗਰੀਬਾਂ ਨੂੰ। ਬੋਲੇ
ਸੋ ਨਿਹਾਲ। ਵਾਹਿਗੁਰੂ ਜੀ ਕਾ